इस ਅੰਮ੍ਰਿਤ ਪਦੇ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੱਚ ਇਹ ਵੇ ਕਿ ਆਪਣੇ ਆਤਮਿਕ ਵਿਕਾਸ, ਆਪਣੇ ਧੁਰ ਅੰਦਰ ਦਾ ਜੋ ਨਿੱਜੀ ਜੀਵਨ ਹੈ ਉਸ ਨੂੰ ਜਗਤ ਨਾਲ, ਸੰਗਤ ਨਾਲ ਜਾਂ ਸੰਸਾਰ ਨਾਲ ਉਹਦੀ ਸਾਂਝ ਪਾਈ ਹੈ। ਹੁਣ ਇਹ ਜਦੋਂ ਪਦੇ ਦੇ ਆਪਾਂ ਅਰਥ ਕਰਾਂਗੇ, ਠੀਕ ਹੈ, ਅਸੀਂ ਜਿਤਨੇ ਕੁ ਗੁਰੂ ਰਾਮਦਾਸ ਸਮਤ ਬਖਸ਼ਣਗੇ ਅਰਥ ਵਿਚਾਰ ਉਸ ਹਿਸਾਬ ਨਾਲ ਕਰ ਲਾਂਗੇ। ਪਰ ਮੇਰੇ ਮਨ 'ਚ ਸੀ ਕਿ ਜਿਹੜੀ ਇਹ ਅਵਸਥਾ ਗੁਰੂ ਰਾਮਦਾਸ ਆਪ ਮਾਣ ਰਹੇ ਨੇ, ਸਾਡੇ ਵਰਗੇ ਬੰਦਿਆਂ ਦੀ ਕੀ ਤਾਕਤ ਕਿ ਉਸ ਜਿਸ ਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਉਸ ਸਤਿਗੁਰੂ ਦੇ ਇਸ ਆਤਮਿਕ ਜੀਵਨ ਦੀ ਅਵਸਥਾ ਅਸੀਂ ਆਪਣੀ ਜ਼ਬਾਨ ਦੇ ਨਾਲ ਬਿਆਨ ਕਰ ਸਕੀਏ। ਉਸ ਦਾ ਇੱਕ ਕਾਰਨ ਹੈ। ਇੱਕ ਹੈ ਅੱਖਰਾਂ ਦੇ ਤੌਰ ਤੇ ਅਰਥ ਕਰ ਦਿਆਂਗੇ। ਦੂਸਰਾ ਹੈ ਕਿ ਇਸ ਅਵਸਥਾ ਵਿੱਚ ਜਿਹੜਾ ਕੋਈ ਖੇਡਿਆ ਹੋਵੇ, ਇਸ ਅਵਸਥਾ ਨੂੰ ਜਿਸ ਨੇ ਮਾਣਿਆ ਹੋਵੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਹਜ਼ੂਰ ਦੇ ਅਸੀਂ ਪਵਿੱਤਰ ਬਚਨ ਜਦੋਂ ਅਸੀਂ ਪੜ੍ਹਨੇ ਆ ਤੇ ਜਿਹੜੇ ਉੱਚੀ ਅਵਸਥਾ ਦੇ ਮਾਲਕ ਨੇ, ਕੋਈ ਆਮ ਇਨਸਾਨ ਉਹਨਾਂ ਦੀ ਉਸ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ। ਭਾਵੇਂ ਮੈਂ ਵੀ ਅੱਜ ਜ਼ਬਾਨ ਨਾਲ ਅਰਥ ਕਰਨੇ ਨੇ, ਉਸ ਅਵਸਥਾ ਵਿੱਚ ਵਿਚਰਦੇ ਹੋਇਆਂ ਦੀ ਨਾ ਅੰਦਰ ਦੀ ਕੋਈ ਪੂਰੀ ਵਿਆਖਿਆ ਕਰ ਸਕਦਾ, ਨਾ ਕੋਈ ਇਨਸਾਨ ਕਾਗਜ਼ ਦੇ ਉੱਤੇ ਕਲਮ ਨਾਲ, ਪੈਨ ਨਾਲ ਉਹਨੂੰ ਪੂਰਾ ਲਿਖ ਸਕਦਾ। ਇਹ ਕੇਵਲ ਉਹ ਜਾਣਦਾ ਹੈ ਕਿ ਜਿਸ ਨੇ ਉਸ ਆਤਮਿਕ ਆਨੰਦ ਨੂੰ ਪਹੁੰਚਿਆ ਹੈ। ਜਿਵੇਂ ਅਸੀਂ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਹਜ਼ੂਰ ਦੀ ਇਹ ਪੌੜੀ ਦਾ ਪਾਠ ਕਰਨੇ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਹੁਣ ਇਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ। ਇਹ ਪੌੜੀਆਂ ਜਿਹੜੀਆਂ ਮੰਨੇ ਦੀਆਂ ਨੇ, ਆਪ ਸਭ ਨੂੰ ਪਤਾ ਹੈ, ਜਿਹੜੇ ਪਾਠ ਧਿਆਨ ਨਾਲ ਕਰਦੇ ਹੋ ਸੁਚੇਤ ਹੋ ਕੇ, ਅਸੀਂ ਆਮ ਕਹਿ ਦਿੰਦੇ ਹਾਂ 4 ਪੌੜੀਆਂ ਮੰਨੇ ਦੀਆਂ, ਪਰ ਆਪ ਸਭ ਨੂੰ ਪਤਾ ਹੈ ਕਿ ਇੱਕ ਪੌੜੀ ਮੰਨੇ ਦੀ ਹੈ ਤੇ 3 ਪੌੜੀਆਂ ਸਤਿਗੁਰਾਂ ਨੇ ਮੰਨੇ ਦੀਆਂ ਦਰਜ ਕੀਤੀਆਂ ਨੇ। ਜਿਹੜੀ ਪਹਿਲੀ ਪੌੜੀ ਹੈ ਉਸ ਮੰਨੇ ਦੇ ਨੰਨੇ ਉੱਪਰ ਇੱਕ ਲਾਂ ਹੈ ਤੇ ਦੂਸਰੀਆਂ ਜਿਹੜੀਆਂ 3 ਪੌੜੀਆਂ ਨੇ ਉਸ ਦੇ ਮੰਨੇ ਦੇ ਨੰਨੇ ਉੱਤੇ ਦੁਲਾਵਾਂ ਨੇ ਤੇ ਅਰਥਾਂ ਵਿੱਚ ਵੀ ਫਰਕ ਹੈ। ਹੁਣ ਪਹਿਲੀ ਪੌੜੀ 'ਚ ਮਹਾਰਾਜ ਜੀ ਬਚਨ ਕਰਦੇ ਆ, ਮੰਨੇ ਕੀ ਗਤ ਕਹੀ ਨਾ ਜਾਏ। ਗਤ ਦਾ ਅਰਥ ਹੈ ਅਵਸਥਾ। ਕਹਿੰਦੇ ਨੇ ਜਿਸ ਨੇ ਪਰਮੇਸ਼ਵਰ ਦੇ ਨਾਮ ਨੂੰ ਮੰਨ ਲਿਆ ਹੈ ਕਿ ਉਸ ਦੀ ਅਵਸਥਾ ਨੂੰ ਕੋਈ ਕਹਿ ਨਹੀਂ ਸਕਦਾ, ਤੇ ਜੇ ਕੋਈ ਕਹਿਣ ਦਾ ਯਤਨ ਕਰੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਉਸ ਅਵਸਥਾ ਨੂੰ ਕਹਿਣ ਦਾ ਯਤਨ ਕਰੇਗਾ ਉਸ ਨੂੰ ਸਿਰਫ ਪਛਤਾਉਣਾ ਪਏਗਾ, ਕਿਉਂਕਿ ਅਸੀਂ ਬਾਹਰਮੁਖੀ ਸ਼ਬਦ ਵਰਤ ਲਾਂਗੇ ਕਿ ਇਸ ਤਰੀਕੇ ਨਾਲ ਉਹ ਬੈਠਦੇ ਨੇ, ਇਸ ਤਰੀਕੇ ਨਾਲ ਉਹ ਪ੍ਰਸ਼ਾਦਾ ਛਕਦੇ ਨੇ, ਇਸ ਢੰਗ ਦੇ ਉਹ ਬਚਨ ਕਰਦੇ ਆ। ਪਰ ਗੁਰਮੁਖੋ, ਜਿਹੜੀ ਉਹਨਾਂ ਦੇ ਧੁਰ ਅੰਦਰ ਦੀ ਅਵਸਥਾ ਹੈ ਉਹਨੂੰ ਕੋਈ ਵੀ ਇਨਸਾਨ ਬਿਆਨ ਨਹੀਂ ਕਰ ਸਕਦਾ। ਮਹਾਰਾਜ ਕਹਿ ਰਹੇ ਨੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਜੇਕਰ ਉਹਨੂੰ ਕਹਿਣ ਦਾ ਕੋਈ ਯਤਨ ਕਰੇਗਾ ਉਹਨੂੰ ਪਛਤਾਉਣਾ ਪਏਗਾ। ਅਗਲੇ ਬਚਨ ਨੇ ਕਾਗਦ ਕਲਮ ਨਾ ਲਿਖਣ ਖਾਰ। ਕੋਈ ਕਾਗਜ਼, ਕੋਈ ਕਲਮ, ਕੋਈ ਲਿਖਾਰੀ ਉਸ ਆਤਮਿਕ ਅਵਸਥਾ ਨੂੰ ਲਿਖ ਨਹੀਂ ਸਕਦਾ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਜੇ ਮੰਨ ਲਓ ਚੰਗੇ ਪੜ੍ਹੇ ਲਿਖੇ ਲੋਕ ਗੋਸ਼ਟੀ ਕਰ ਲੈਣ, ਸੰਗਤੀ ਰੂਪ ਵਿੱਚ ਉਹਦੀ ਵਿਚਾਰ ਕਰਨ ਲੱਗ ਪੈਣ, ਜਿਹਨੂੰ ਅੱਜ ਦੀ ਸ਼ਬਦਾਵਲੀ 'ਚ ਅਸੀਂ ਕਹਿੰਦੇ ਹਾਂ ਕਿ ਸੈਮੀਨਾਰ ਕਰ ਲੈਣ, ਗੋਸ਼ਟੀਆਂ ਕਰ ਲੈਣ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਕਿ ਜੇਕਰ ਕੋਈ ਨਿੱਠ ਕੇ ਵੀ ਉਸ ਵਿਚਾਰ ਨੂੰ ਕਰਨ ਦਾ ਯਤਨ ਕਰੇਗਾ, ਗੋਸ਼ਟੀਆਂ ਨਾਲ, ਆਪਸ ਵਿੱਚ ਵਿਚਾਰਾਂ ਦੇ ਆਦਾਨ ਪ੍ਰਦਾਨ ਨਾਲ, ਅਸੀਂ
ਉਸ ਦੇ ਕੁਝ ਕੁ ਹਿੱਸੇ ਨੂੰ ਬਿਆਨ ਕਰ ਸਕਾਂਗੇ, ਪਰ ਕਿਸੇ ਵੀ ਸਮਰੱਥਾ ਨਹੀਂ ਕਿ ਉਸ ਨੂੰ ਮੁਕੰਮਲ ਬਿਆਨ ਕਰ ਸਕੇ। ਅੱਗੇ ਫਿਰ ਸਤਿਗੁਰੂ ਦੱਸਦੇ ਨੇ ਕਿਉਂ। ਮਹਾਰਾਜ ਦਾ ਬਚਨ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਅੱਗੇ ਮਹਾਰਾਜ ਕਹਿੰਦੇ ਐਸਾ ਨਾਮ ਨਿਰੰਜਨ ਹੋਏ। ਪਰਮੇਸ਼ਵਰ ਦਾ ਨਾਮ ਐਸਾ ਹੈ ਜਿਹੜਾ ਕਾਲਖ ਤੋਂ ਰਹਿਤ ਹੈ। ਨਿਰਅੰਜਨ ਦਾ ਅਰਥ ਜਿਸ ਉੱਪਰ ਮਾਇਆ ਦੀ ਕੋਈ ਕਾਲਖ ਨਹੀਂ। ਐਸਾ ਨਾਮ ਨਿਰੰਜਨ ਹੋਏ। ਤੇ ਅਗਲੇ ਬਚਨ ਨੇ, ਜੇ ਕੋ ਮਨ ਜਾਣੈ। ਮੈਂ ਤਾਂ ਪ੍ਰਮਾਣ ਲਿਆ ਕਿਉਂਕਿ ਗੁਰੂ ਰਾਮਦਾਸ ਕਹਿ ਰਹੇ ਨੇ ਕਿ ਸਾਡੇ ਨੇਤਰਾਂ ਦੇ ਵਿੱਚੋਂ ਹਰੀ ਨਾਮ ਅੰਮ੍ਰਿਤ ਜਿਹੜਾ ਹੈ ਉਹ ਸਿਮਦਾ ਹੈ, ਉਹਦੇ ਵਿੱਚ ਨੇਤਰ ਭਿੱਜੇ ਨੇ। ਪਰ ਨਾਲ ਅਗਲਾ ਬਚਨ ਕਹਿ ਰਹੇ ਨੇ, ਮਨ ਪ੍ਰੇਮ ਰਤਨਾ ਰਾਮ ਰਾਜੇ। ਇਹ ਤਾਂ ਨੇਤਰਾਂ ਚੋਂ ਅੰਮ੍ਰਿਤ ਨੀਰ ਨਿਕਲ ਰਿਹਾ ਹੈ ਕਿਉਂਕਿ ਸਾਡਾ ਮਨ ਜਿਹੜਾ ਹੈ ਉਹ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰਤਾ ਹੋਇਆ ਹੈ। ਇਸ ਕਰਕੇ ਮੈਂ ਬੇਨਤੀ ਕੀਤੀ, ਇਸ ਤੁਕ ਨੂੰ ਫਿਰ ਆਪ ਜੀ ਸੁਣਿਓ ਕਿ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ। ਇੱਥੇ ਮਨ ਦੇ ਮੰਮੇ ਤੇ ਟਿੱਪੀ ਲੱਗੀ ਹੈ। ਮਨ ਮੰਨਣਾ, ਤੇ ਅੱਗੇ ਮਨ ਕੋਏ, ਉੱਥੇ ਟਿੱਪੀ ਨਹੀਂ। ਪਹਿਲੇ ਦਾ ਅਰਥ ਹੈ ਮੰਨਣਾ। ਜੇਕਰ ਕੋਈ ਇਹਨੂੰ ਮੰਨ ਲਏਗਾ, ਗੁਰੂ ਦੇ ਸ਼ਬਦ ਨੂੰ ਮੰਨ ਲਏਗਾ, ਗੁਰੂ ਦੇ ਬਚਨ ਨੂੰ ਮੰਨ ਲਏਗਾ, ਜਿਹੜਾ ਨਾਮ ਨੂੰ ਮੰਨ ਲਏਗਾ, ਮਹਾਰਾਜ ਬਚਨ ਕਰਦੇ ਨੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੇਕਰ ਕੋਈ ਆਪਣੇ ਮਨ ਵਿੱਚ ਉਹਨੂੰ ਸ਼ਰਧਾ ਪੂਰਵਕ, ਪ੍ਰੇਮ ਪੂਰਵਕ, ਪ੍ਰੇਮ ਸਹਿਤ ਉਹਨੂੰ ਸਵੀਕਾਰ ਕਰ ਲੈ, ਉਹਨੂੰ ਮੰਨ ਲੈ। ਹੋਰ ਇੱਕ ਬੇਨਤੀ, ਗੁਰੂ ਘਰ 'ਚ ਜੇ ਅਸੀਂ ਕਹੀਏ ਜੀ ਸਾਨੂੰ ਸਿੱਧ ਕਰਕੇ ਦੱਸੋ, ਇੱਕ ਮੈਂ ਅਰਜ਼ ਕਰਾਂਗਾ ਅੱਜ ਵੀ ਕਿ ਕੋਈ ਬੰਦਾ ਸਿੱਧ ਕਰਕੇ ਨਹੀਂ ਦੱਸ ਸਕੇਗਾ। ਕੱਲ੍ਹ ਨੂੰ ਅੱਗੇ ਸਤਿਗੁਰੂ ਦਾ ਬਚਨ ਆਉਣਾ ਕਿ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ। ਜਿਹਨੂੰ ਤੀਰ ਵੱਜੈ ਉਹ ਕੇਵਲ ਪੀੜ ਹੋਈ ਜਾਣਦਾ। ਇੱਥੇ ਮਹਾਰਾਜ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੇਰੇ ਕਹਿਣ ਤੋਂ ਮੁਰਾਦ ਉਸ ਮੰਨਣ ਵਾਲੇ ਦੀ ਅਵਸਥਾ ਜਿਹਦਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਰਤਾ ਹੋਇਆ, ਉਸ ਨੂੰ ਕੌਣ ਬਿਆਨ ਕਰ ਸਕਦਾ ਹੈ। ਦੂਸਰਾ ਅਸੀਂ ਸੁਖਮਨੀ ਸਾਹਿਬ ਦਾ ਅੰਮ੍ਰਿਤ ਬਚਨ ਇੱਕ ਪੜ੍ਹਨੇ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬਾਕੀ ਤਾਂ ਸਿਰਫ ਬਾਹਰ ਦੀਆਂ ਗੱਲਾਂ ਨੇ। ਇੱਥੇ ਅੱਜ ਸਤਿਗੁਰਾਂ ਨੇ ਕਿਰਪਾ ਕੀਤੀ। ਕੱਲ੍ਹ ਵੀ ਮੈਂ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਆਪ ਨਾਲ ਕੁਝ ਬਚਨ ਸਾਂਝੇ ਕੀਤੇ, ਇਤਿਹਾਸ ਵੀ ਲਿਆ, ਪਰ ਅੱਜ ਮੈਂ ਦੋ ਕੁ ਬਚਨ ਸਤਿਗੁਰੂ ਦੀ ਸਿਫਤ ਵਿੱਚ ਜਿਹੜੇ ਭੱਟ ਸਾਹਿਬਾਨ ਜੀ ਨੇ ਸਵਈਏ ਕਹੇ ਨੇ, ਉਹਨਾਂ ਵਿੱਚੋਂ ਇੱਕ ਬਚਨ ਹੈ ਕਿ ਗੁਰੂ ਰਾਮਦਾਸ ਜੀ ਦੇ ਆਤਮਿਕ ਜੀਵਨ ਨਾਲ ਸੰਬੰਧਿਤ। ਵੈਸੇ ਤਾਂ ਸਾਰੇ ਸਵਈਏ ਗੁਰੂ ਜੀ ਦੇ ਆਤਮਿਕ ਜੀਵਨ ਨਾਲ, ਗੁਰੂ ਜੀ ਦੀ ਬਖਸ਼ਿਸ਼ ਨਾਲ, ਗੁਰੂ ਜੀ ਦੀ ਨਦਰ ਨਾਲ, ਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀਆਂ ਅਸੀਸਾਂ ਨਾਲ ਜੁੜਿਆ। ਇੱਥੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਹ ਇੱਕ ਬਚਨ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ। ਹਜ਼ੂਰ ਗੁਰੂ ਰਾਮਦਾਸ ਨਾਮ ਦੇ ਰਸੀਏ ਨੇ, ਨਾਮ ਰਸਕ, ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਾਰ ਭਰੇ। ਹੁਣ ਇਹ ਬਚਨ ਅਸੀਂ ਪੜ੍ਹਨੇ ਆ। ਅੰਮ੍ਰਿਤ ਵੇਲੇ ਗੁਰੂ ਰਾਮਦਾਸ ਜੀ ਜਦੋਂ ਸਿਫਤ ਕੀਤੀ ਜਾਂਦੀ ਹੈ ਉਦੋਂ ਇਹ ਸਵਈਏ ਪੜ੍ਹੇ ਜਾਂਦੇ ਆ। ਹੁਣ ਇਸ ਵਿੱਚ ਭੱਟ ਸਾਹਿਬ ਕੀ ਕਹਿ ਰਹੇ ਆ? ਹਰ ਨਾਮ ਰਸਕ ਗੁਰੂ ਰਾਮਦਾਸ ਮਹਾਰਾਜ ਪਹਿਲੀ ਗੱਲ ਨਾਮ ਦੇ ਰਸੀਏ ਨੇ, ਉਹ ਨਾਮ ਦਾ ਰਸ ਮੰਨਣ ਵਾਲੇ ਨੇ। ਉਹਨਾਂ ਦਾ ਜੀਵਨ ਖੁਸ਼ ਗਿਆਨ ਨਹੀਂ, ਉਹਨਾਂ ਦਾ ਜੀਵਨ ਕੇਵਲ ਓਪਰੀਆਂ ਬਾਤਾਂ ਨਹੀਂ। ਹਰ ਨਾਮ ਰਸਕ, ਉਹ ਨਾਮ ਦੇ ਰਸੀਏ ਨੇ। ਤੇ ਸੱਚ ਇਹ ਵੇ ਕਿ ਜਿਸ ਨੂੰ ਨਾਮ ਦਾ ਰਸ ਆ ਜਾਏ ਤੇ ਇਸ ਰਸ ਤੋਂ ਉੱਪਰ ਹੋਰ ਕੋਈ ਰਸ ਹੈ ਵੀ ਨਹੀਂ। ਸਤਿਗੁਰੂ ਦੀ ਅੰਮ੍ਰਿਤ ਬਾਣੀ ਮੁਤਾਬਕ ਨਾਮ ਰਸ ਸਭ ਤੋਂ ਉੱਤਮ ਹੈ। ਧੰਨ ਗੁਰੂ ਰਾਮਦਾਸ ਨਾਮ ਰਸੀਏ ਨੇ ਤੇ ਉਹਨਾਂ ਨੇ ਆਪਣੀ ਬਾਣੀ 'ਚ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਸ ਬੰਦੇ ਨੇ ਨਾਮ ਦਾ ਰਸ ਨਹੀਂ ਚੱਖਿਆ, ਉਸ ਬੰਦੇ ਦੀ ਹਾਲਤ ਤਾਂ ਉਸ ਇਨਸਾਨ ਦੀ ਤਰ੍ਹਾਂ ਹੈ ਕਿ ਜਿਹਦੇ ਪੈਰ ਦੇ ਵਿੱਚ ਕੰਡਾ ਚੁੱਭ ਜਾਏ
ਤੇ ਚੁੱਭਿਆ ਹੋਇਆ ਕੰਡਾ ਬਾਹਰ ਨਾ ਨਿਕਲੇ, ਤੇ ਜਿੰਨਾ ਉਹ ਬੰਦਾ ਤੁਰੇਗਾ ਉਹਨਾਂ ਕੰਡਾ ਉਹਦੇ ਅੰਦਰ ਨੂੰ ਦੁੱਖ ਦੇਗਾ। ਜਿਹੜਾ ਨਾਮ ਰਸ ਤੋਂ ਵਿਹੂਣਾ ਹੈ ਉਹਦੀ ਜ਼ਿੰਦਗੀ ਬਾਰੇ ਮਹਾਰਾਜ ਕਹਿੰਦੇ ਸਾਖਤ ਹਾਰਾ ਸਾਧ ਨਾ ਜਾਣਿਆ। ਸਾਖਤ ਬੰਦੇ ਨੇ ਖਰੀ ਦੇ ਨਾਮ ਦਾ ਰਸ ਨਹੀਂ ਜਾਣਿਆ। ਸਾਖਤ ਹਾਰਾ ਸਾਧ ਨਾ ਜਾਣਿਆ, ਤਿਨ ਅੰਤਰ ਖੌਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹੇ ਸਿਰ ਡੰਡਾ ਹੈ। ਸਾਖਤ ਬੰਦੇ ਨੇ ਬਾਕੀ ਸਾਰੇ ਰਸ ਜਾਣੇ ਪਰ ਹਰੀ ਦੇ ਨਾਮ ਦਾ ਰਸ ਨਹੀਂ ਜਾਣਿਆ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮਾਨੋ ਉਹਦੇ ਅੰਦਰ ਖੌਮੇ ਦਾ ਕੰਡਾ ਹੈ, ਜਿਸ ਖੌਮੇ ਦੇ ਕੰਡੇ ਕਰਕੇ ਉਹ ਨਾਮ ਦਾ ਰਸ ਨਹੀਂ ਜਾਣ ਸਕਿਆ। ਹਜ਼ੂਰ ਨੇ ਪਹਿਲੀ ਗੱਲ ਨਾਮ ਦੇ ਰਸੀਏ ਨੇ, ਉਹਨਾਂ ਦੇ ਇੱਕ ਹੋਰ ਬਚਨ, ਕਿਉਂਕਿ ਅਸੀਂ ਫਿਰ ਮਨ ਚ ਆਉਣਾ ਜੀ ਰਸ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਰਸ ਦੀ ਪ੍ਰਾਪਤੀ ਲਈ ਬੇਨਤੀ ਕੀਤੀ ਜਾ ਸਕਦੀ ਹੈ, ਅਰਦਾਸ ਕੀਤੀ ਜਾ ਸਕਦੀ ਹੈ। ਜੇ ਅਸੀਂ ਕਹੀਏ ਵੀ ਇਹਦੀ ਕੋਈ ਸਾਧਨਾ ਹੈ, ਇਹ ਸਾਧਨਾ ਕਰਕੇ ਇਸ ਢੰਗ ਨਾਲ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਹਾਂ, ਗੁਰੂ ਸਾਹਿਬ ਨੇ ਕੁਝ ਥਾਵਾਂ ਤੇ ਥੋੜਾ ਥੋੜਾ ਜ਼ਿਕਰ ਕੀਤਾ ਜ਼ਰੂਰ ਹੈ, ਪਰ ਨਾਮ ਰਸ, ਨਾਮ ਸੁਗੰਧੀ ਜਿਹੜੀ ਅੱਜ ਮਹਾਰਾਜ ਕਹਿ ਰਹੇ ਆ, ਇਹਦੀ ਕਿੰਨੀ ਕੁ ਸਾਧਨਾ ਕਰੇਗਾ ਕੋਈ। ਰਸ ਤੇ ਉਹਦੀ ਬਖਸ਼ੀਸ਼ ਤੋਂ ਬਿਨਾਂ ਨਹੀਂ ਭਰਿਆ ਜਾਂਦਾ। ਰਸ ਕੇਵਲ ਉਹਦੀ ਮਿਹਰ ਦੇ ਨਾਲ ਹੈ। ਗੁਰੂ ਰਾਮਦਾਸ ਦੀ ਇੱਕ ਬਚਨ ਹੁੰਦਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਚਲੋ ਮੈਂ ਇਹ ਬੇਨਤੀ ਤਾਂ ਕਰ ਲੱਗਾ ਕਿ ਗੁਰੂ ਰਾਮਦਾਸ ਜੀ ਦਾ ਧੁਰ ਅੰਦਰ ਭੱਟ ਸਾਹਿਬ ਜੀ ਕਹਿੰਦੇ ਨੇ ਕਿੰਨਾ ਕੁ ਰੱਤਾ ਹੋਇਆ ਹੈ। ਗੁਰੂ ਰਾਮਦਾਸ ਕਹਿੰਦੇ ਨੇ ਨਾਮ ਰਸ ਬੜਾ ਮਿੱਠਾ ਹੈ, ਨਾਮ ਰਸ ਅਤ ਦਾ ਭਲਾ ਹੈ। ਤੇ ਨਾਲ ਕਹਿੰਦੇ ਨੇ ਇਹ ਕਿਸ ਤਰੀਕੇ ਨਾਲ ਮਿਲ ਸਕਦਾ, ਕੋਈ ਜੁਗਤੀ ਹੈ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹਨਾਂ ਗੁਰਮੁਖਾਂ ਨੂੰ ਪੁੱਛੋ। ਇੱਥੇ ਸੁਹਾਗਣੀ ਦਾ ਅਰਥ ਜਿਨ੍ਹਾਂ ਨੇ ਪਰਮਾਤਮਾ ਦੇ ਵਸਲ ਨੂੰ ਜਾਂ ਉਹਦੇ ਮਿਲਾਪ ਨੂੰ ਮਾਣਿਆ ਹੈ। ਮਹਾਰਾਜ ਕਹਿੰਦੇ ਉਹਨਾਂ ਸੁਹਾਗਣਾਂ ਨੂੰ ਪੁੱਛੋ ਕਿ ਤੁਹਾਨੂੰ ਇਹ ਨਾਮ ਦਾ ਰਸ ਕਿਵੇਂ ਆਇਆ ਹੈ। ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਤੇ ਮਹਾਰਾਜ ਕਹਿੰਦੇ ਨੇ ਉਹ ਬੇਪਰਵਾਹ ਨਾ ਬੋਲਣੀ। ਉਹ ਨਾਮ ਰਸ ਵਾਲੇ ਜਿਹੜੇ ਰਸੀਏ ਨੇ ਪਿਆਰੇ, ਉਹਨਾਂ ਨੂੰ ਕੀ ਲੋੜ ਹੈ ਜ਼ਿਆਦਾ ਬੋਲਣ ਦੀ। ਉਂਝ ਵੀ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਸਾਡਾ ਮੂੰਹ ਖਾਲੀ ਹੈ ਨਾ, ਮੂੰਹ ਖਾਲੀ ਤੇਜ਼ੀ ਨਾਲ ਦਬਾ ਦਬ ਬੋਲੇਗਾ। ਤੇ ਪਿਆਰੇ ਜੇ ਮੂੰਹ ਬੁਰਕੀ ਪਾ ਲਈਏ, ਕੋਈ ਖਾਣ ਵਾਲੀ ਚੀਜ਼ ਨਾਲ ਮੂੰਹ ਭਰਿਆ ਜਾਏ ਤੇ ਮੂੰਹ ਵਿੱਚੋਂ ਆਵਾਜ਼ ਨਿਕਲੇਗੀ। ਭਾਈ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਕਿ ਮੂੰਹ ਦੇ ਵਿੱਚ ਕੋਈ ਖਾਣ ਵਾਲਾ ਪਦਾਰਥ ਹੋਵੇ ਤੇ ਮੂੰਹ ਵਿੱਚੋਂ ਬੰਦਾ ਬੋਲ ਨਹੀਂ ਸਕਦਾ, ਸੱਚ ਇਹ ਜਿਹਦੇ ਅੰਦਰ ਤੁਰ ਨਾਮ ਦਾ ਰਸ ਚਲਾ ਜਾਏ ਉਹ ਉਸ ਰਸ ਨੂੰ ਮਾਣਦਾ ਜ਼ਰੂਰ ਹੈ, ਪਰ ਉਹ ਜ਼ਿਆਦਾ ਚੰਚਲਤਾਈ ਦੇ ਵਿੱਚ ਕਦੀ ਬੋਲਦਾ ਨਹੀਂ। ਉਹ ਆਪਣੇ ਆਪੇ ਵਿੱਚ ਹੈ। ਮਹਾਰਾਜ ਜੀ ਕਹਿ ਰਹੇ ਨੇ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਗੁਰੂ ਰਾਮਦਾਸ ਕਿਤ ਬਿਦ ਮਿਲੈ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਤੇ ਗੁਰੂ ਰਾਮਦਾਸ ਕਹਿੰਦੇ ਨੇ ਉਹ ਬੇਪਰਵਾਹ ਨਾ ਬੋਲਣੀ। ਹਉ ਮਲ ਮਲ ਧੋਵਾਂ ਤਿਨ ਪਾਏ। ਕਹਿੰਦੇ ਨੇ ਉਹ ਬੇਪਰਵਾਹ ਨੇ, ਮੈਂ ਨਿਮਰਤਾ ਸਹਿਤ ਉਹਨਾਂ ਦੇ ਚਰਨ ਧੋਣਾ। ਤੇ ਅੱਗੇ ਫਿਰ ਬਚਨ ਕਰਦੇ ਆ ਮਹਾਰਾਜ, ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਇਸ ਨਿਮਰਤਾ ਨੂੰ ਦੇਖ ਕੇ ਉਹਨਾਂ ਗੁਰਮੁਖ ਸੁਹਾਗਣਾ ਦੇ ਮਨ 'ਚ, ਨਾਮ ਜਪਣ ਵਾਲਿਆਂ ਦੇ ਮਨ 'ਚ ਦਇਆ ਆ ਗਈ। ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਤੇ ਉੱਤਰ ਦਿੱਤੋ ਨੇ ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੁਹਾ ਰਸ ਖਾਏ। ਹਾਂ, ਇਹ ਇਸ਼ਾਰਾ ਜ਼ਰੂਰ ਕੀਤਾ ਕਿ ਸਤਿਗੁਰੂ ਦਾ ਬਚਨ ਕੀਮਤੀ ਰਤਨ ਹੈ। ਜਿਹੜਾ ਗੁਰੂ ਦਾ ਸ਼ਬਦ ਮੰਨੇਗਾ, ਜਿਹੜਾ ਗੁਰੂ ਦੇ ਸ਼ਬਦ ਨੂੰ ਕਮਾਏ, ਕਮਾਉਣ ਦਾ ਮਤਲਬ ਹੀ ਹੈ ਕਿ ਆਪਣੀ ਜ਼ਿੰਦਗੀ ਨੂੰ ਉਸ ਢੰਗ ਨਾਲ ਜੀਣਾ ਜਿਸ ਢੰਗ ਨਾਲ ਸਤਿਗੁਰੂ ਆਪਣੀ ਬਾਣੀ ਵੀ ਦੱਸਦੇ ਪਏ। ਮਹਾਰਾਜ ਕਹਿੰਦੇ ਨੇ ਕਿ ਸਤਿਗੁਰੂ ਬਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਜਿਹਨੇ ਉਸ ਨੂੰ ਮੰਨ ਲਿਆ ਉਹਨੇ ਨਾਮ ਰਸ ਚੱਖਿਆ। ਗੁਰੂ ਰਾਮਦਾਸ ਬਾਰੇ ਭੱਟ ਕਹਿ ਰਹੇ ਨੇ ਹਰ ਨਾਮ ਰਸਿਕ। ਗੁਰੂ ਰਾਮਦਾਸ ਨਾਮ ਦੇ ਰਸੀਏ ਨੇ। ਇਹ ਚਾਰ ਬਚਨ ਕਹੇ ਨੇ ਇਹ ਇਸ ਅੰਮ੍ਰਿਤ ਬਚਨ ਦੇ ਵਿੱਚ, ਜਿਹੜੀਆਂ ਤੁਕਾਂ ਮੈਂ ਆਪ ਨੂੰ ਅਰਜ਼ ਕਰ ਲੱਗਾ। ਤੇ ਪੰਜਵਾਂ ਉਹ ਬਖਸ਼ਿਸ਼ ਕੀ ਕਰਦੇ ਪਏ ਆ। ਦੇਖੋ, ਪਹਿਲਾ ਬਚਨ ਕਹੇ ਹਰੀ ਨਾਮ ਦੇ ਰਸਕ ਨੇ, ਨਾਮ ਰਸਕ, ਨਾਮ ਦੇ ਰਸੀਏ ਨੇ। ਗੋਬਿੰਦ ਗੁਣ ਗਾਹਕ, ਉਹ ਗੋਬਿੰਦ ਦੇ ਗੁਣਾਂ ਦੇ ਗ੍ਰਾਹਕ ਨੇ, ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਵਾਲੇ ਨੇ। ਚਾਹਕ ਤਤ,
ਉਹ ਤਤ ਪਰਮਾਤਮਾ ਬ੍ਰਹਮ ਦੇ ਚਾਹਵਾਨ ਨੇ। ਉਹਨਾਂ ਅੰਦਰ ਉਸ ਤਤ ਵਿੱਚ ਉਹ ਅਭੇਦ ਨੇ। ਹਰ ਨਾਮ ਰਸਕ ਨੇ, ਨਾਮ ਰਸਕ ਨੇ, ਤੇ ਉਹ ਚਾਹਕ ਨੇ ਤਤ ਦੇ। ਤੇ ਅੱਗੇ ਫਿਰ ਭੱਟ ਜੀ ਕਹਿ ਰਹੇ ਨੇ, ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ। ਉਹ ਸਭ ਨੂੰ ਇੱਕ ਦ੍ਰਿਸ਼ਟੀ ਨਾਲ, ਇੱਕ ਨੇਤਰਾਂ ਨਾਲ ਸਭ ਨੂੰ ਦੇਖਦੇ ਪਏ ਨੇ। ਅੱਗੇ ਬਚਨ, ਕਵ ਕਲ ਠਾਕੁਰ ਹਰਦਾਸ ਤਨੇ। ਇਹਦਾ ਅਰਥ ਕਿ ਬਾਬਾ ਹਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਜੀ, ਉਹਨਾਂ ਦਾ ਬੇਟਾ ਬਾਬਾ ਹਰਦਾਸ ਠਾਕੁਰ ਜੀ ਦਾ ਬੇਟਾ, ਕਿ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਉਹ ਮਿਹਰ ਕਰਦਾ ਹੈ ਤੇ ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਆ। ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ। ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਗੁਰੂ ਰਾਮਦਾਸ ਮਹਾਰਾਜ ਖਾਲੀ ਸਰੋਵਰ ਭਰਦੇ ਆ। ਫਿਰ ਉਹ ਕਿੰਨਾ ਕੁ ਅੰਮ੍ਰਿਤ ਪ੍ਰਵਾਹ ਉਹਨਾਂ ਦੇ ਸ਼ਬਦ 'ਚ, ਉਹਨਾਂ ਦੀ ਬਾਣੀ 'ਚ। ਛੁਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ। ਤਿਨ ਭਉ ਨਿਵਾਰ ਅਨਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ। ਥੋੜੀ ਜਿਹੀ ਸਿਰਫ ਇੱਥੇ ਬੇਨਤੀ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਦਰਬਾਰ ਵਿੱਚ, ਉਹਨਾਂ ਦੇ ਸ਼ਬਦ ਵਿੱਚ, ਉਹਨਾਂ ਦੇ ਘਰ ਵਿੱਚ ਅੰਮ੍ਰਿਤ ਸਰੋਵਰ ਦਾ ਸ਼ੋਮਾ ਨਿਰੰਤਰ ਪ੍ਰਵਾਹਿਤ ਹੈ। ਅਮੈ ਸਰੋਵਰ ਭਰਿਆ ਪਿਆ ਹੈ। ਛੁਟਤ ਪ੍ਰਵਾਹ ਅਮੈ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ। ਬਾਹਰ ਮੁਖੀ ਵੀ ਤੇ ਅੰਤਰਮੁਖੀ ਵੀ। ਉਹ ਸਰੋਵਰ ਜਿਹੜਾ ਆਤਮਿਕ ਜਲ, ਬਾਣੀ, ਸ਼ਬਦ, ਨਾਮ, ਜਿਹਦੇ ਵਿੱਚ ਰੱਬ ਦੇ ਪਿਆਰੇ ਸੰਤ ਜਨ ਆਪਣੇ ਮਨ ਕਰਕੇ ਟੁੱਬੀਆਂ ਮਾਰਦੇ ਨੇ, ਉਹ ਅਮਰਾ ਪਦ ਨੂੰ ਪ੍ਰਾਪਤ ਕਰਦੇ ਆ। ਉਹਨਾਂ ਦੇ ਭੈ ਗੁਰੂ ਰਾਮਦਾਸ ਦੂਰ ਕਰ ਦਿੰਦੇ ਆ। ਉਹਨਾਂ ਨੂੰ ਅਨ ਭਉ ਤੇ ਅਨ ਭੈ ਦੀ ਦਾਤ ਦਿੰਦੇ ਆ। ਫਿਰ ਮੈਂ ਸ਼ਬਦ ਵਰਤਾਂਗਾ, ਅਨ ਭਉ ਆਪਣਾ ਅਨੁਭਵ, ਤੇ ਅਨ ਭੈ ਦਾ ਅਰਥ ਉਹ ਭੈ ਤੋਂ ਮੁਕਤ ਹੋ ਗਏ। ਛੁਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ। ਤਿਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ। ਉਹਨਾਂ ਦੇ ਸ਼ਬਦ ਨਾਲ ਜੁੜ ਕੇ, ਸਿਮਰਨ ਨਾਲ ਜੁੜ ਕੇ, ਨਾਮ ਨਾਲ ਜੁੜ ਕੇ ਉਹਨਾਂ ਦਾ ਪਾਰ ਉਤਾਰ ਹੋ ਗਿਆ। ਸ਼ਬਦ ਮਾਤਰ ਤੇ ਉਦਰ ਧਰੇ। ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਗੁਰੂ ਰਾਮਦਾਸ ਅੰਦਰ ਦੇ ਸਰੋਵਰਾਂ ਨੂੰ ਭਰਨ ਵਾਲੇ ਆ। ਮੈਂ ਇਸ ਕਰਕੇ ਬੇਨਤੀ ਕੀਤੀ ਥੋੜੀ ਜੀ, ਨਾਮ ਦੇ ਰਸੀਏ, ਗੋਬਿੰਦ ਦੇ ਗੁਣਾਂ ਦੇ ਗਾਹਕ, ਸਮ ਦ੍ਰਿਸ਼ਟੀ ਨਾਲ ਦੇਖਣ ਵਾਲੇ ਤੇ ਆਤਮਿਕ ਤੌਰ ਤੇ ਖਾਲੀ ਹੋਇਆਂ ਨੂੰ ਭਰਨ ਵਾਲੇ ਨੇ ਗੁਰੂ ਰਾਮਦਾਸ। ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਜਿਹੜਾ ਬਚਨ ਅਸੀਂ ਸ਼ੁਰੂ ਕੀਤਾ ਕੱਲ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹਰ ਅੰਮ੍ਰਿਤ ਭਿੰਨੇ। ਅੰਮ੍ਰਿਤ ਦਾ ਅਰਥ ਕੱਲ ਵੀ ਕੀਤਾ ਸੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਲਫ਼ਜ਼ ਦੇ ਅਰਥ ਜਿਹੜੇ ਨੇ ਉਹ ਬਹੁ ਨੇ। ਸ਼ਬਦ ਇੱਕੋ ਹੀ ਉਚਾਰਨ ਵਿੱਚ ਆਉਂਦਾ ਹੈ, ਪਰ ਅਰਥ ਇੱਕੋ ਨਹੀਂ। ਥੋੜੀ ਜਿਹੀ ਮੈਂ ਬੇਨਤੀ ਆਪ ਨੂੰ ਕਰ ਦੇਣਾ ਕਿ ਅੰਮ੍ਰਿਤ ਦਾ ਅਰਥ ਇਹ ਵੀ ਹੈ ਕਿ ਜਿਹੜੀ ਵਸਤੂ ਨਾਲ ਬੰਦਾ ਮੌਤ ਦੇ ਭੈ ਤੋਂ ਮੁਕਤ ਹੋ ਜਾਏ ਜਾਂ ਮੌਤ ਦਾ ਭੈ ਮੁੱਕ ਜਾਏ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਥੇ ਅੰਮ੍ਰਿਤ ਦਾ ਅਰਥ ਕਰਾਂਗੇ ਨਾਮ ਅੰਮ੍ਰਿਤ। ਬਾਣੀ ਵਿੱਚ ਨਾਮ ਨੂੰ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਬਹੁ ਅਰਥਾਂ ਵਿੱਚ ਆਇਆ ਹੈ। ਜਿਵੇਂ ਸਤਿਗੁਰੂ ਦਾ ਬਚਨ ਕਿ ਅੰਮ੍ਰਿਤ ਨਾਮ ਨਿਧਾਨਕ ਹੈ, ਮਿਲ ਪੀਵੋ ਭਾਈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉੱਥੇ ਨਾਮ ਨੂੰ ਅੰਮ੍ਰਿਤ ਕਿਹਾ। ਜਾਂ ਸਤਿਗੁਰੂ ਦੇ ਇਹ ਬਚਨ, ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਇੱਥੇ ਅੰਮ੍ਰਿਤ ਦਾ ਅਰਥ ਹੈ ਕਿ ਪ੍ਰਮਾਤਮਾ ਦਾ ਨਾਮ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਬਾਣੀ ਨੂੰ ਵੀ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਤੇਰੀਆਂ ਬਾਣੀਆਂ, ਤੇਰੇ ਭਗਤਾਂ ਹਿਰਦੈ ਸਮਾਣੀਆਂ। ਜਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਬੇਨਤੀ ਹੈ ਜੀ, ਮੈਂ ਸਿਰਫ ਇਸ ਕਰਕੇ ਕੋਈ ਵਿਦਵਤਾ ਲਈ ਨਹੀਂ ਜੀ, ਇਸ ਕਰਕੇ ਵੀ ਇਹ ਅੰਮ੍ਰਿਤ ਸ਼ਬਦ ਇਹ ਨਾ ਮਤ ਸਮਝਣਾ ਵੀ ਇੱਥੇ ਹਰਨਾਮ ਅਰਥ ਹੋ ਗਏ ਨੇ ਤੇ ਹਰ ਥਾਂ ਤੇ ਅੰਮ੍ਰਿਤ ਦਾ ਅਰਥ ਨਾਮ ਹੀ ਹੋਵੇਗਾ। ਮਰਜ਼ ਕੀਤੀ ਅੰਮ੍ਰਿਤ ਦਾ ਅਰਥ ਨਾਮ ਹੈ
ਅੰਮ੍ਰਿਤ ਨਾਮ ਦੇ ਅਰਥਾਂ ਵਿੱਚ ਵੀ ਆਇਆ ਹੈ ਤੇ ਅੰਮ੍ਰਿਤ ਬਾਣੀ ਦੇ ਅਰਥ ਵੀ ਦੱਸਦਾ ਹੈ। ਤੇ ਬਾਣੀ 'ਚ ਇਸ ਕੀ ਬਚਨ ਪੜ੍ਹਨੇ ਆ ਕਿ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ। ਉੱਥੇ ਪਸ਼ੂ ਅੰਮ੍ਰਿਤ ਦੇ ਰਿਹਾ ਹੈ, ਉੱਥੇ ਅੰਮ੍ਰਿਤ ਦਾ ਅਰਥ ਹੈ ਦੁੱਧ। ਜਿਵੇਂ ਇੱਕ ਪਾਠ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੈ ਧਰੀ। ਉੱਥੇ ਵੀ ਅੰਮ੍ਰਿਤ ਦਾ ਅਰਥ ਦੁੱਧ ਹੈ। ਬਾਣੀ ਵਿੱਚ ਅੰਮ੍ਰਿਤ ਦਾ ਅਰਥ ਸ਼ੁਭ ਗੁਣ ਵੀ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰਾ। ਇਹ ਵੀ ਅੰਮ੍ਰਿਤ ਦਾ ਅਰਥ ਗੁਣ ਵੀ ਹੈ। ਸਤਿਗੁਰਾਂ ਨੇ ਬਾਣੀ ਵਿੱਚ ਅੰਮ੍ਰਿਤ ਦਾ ਅਰਥ ਮਿਠਾਸ ਨਾਲ ਵੀ ਕੀਤਾ। ਜੇ ਮੁਖ ਪੰਚੋ ਅੰਮ੍ਰਿਤ ਖਾਏ, ਆ ਸ਼ਹਿਦ ਘਿਓ ਦੁੱਧ ਮਿੱਠਾ ਆਦਿਕ, ਇਹ 5 ਮਿੱਠੇ ਪਦਾਰਥਾਂ ਲਈ ਗੁਰੂ ਸਾਹਿਬ ਨੇ 36 ਪ੍ਰਕਾਰ ਦੇ ਭੋਜਨ ਲਈ ਵੀ ਵਰਤਿਆ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਏ। ਮੈਂ ਸਿਰਫ ਥੋੜੀ ਜੀ ਬੇਨਤੀ ਇਸ ਕਰਕੇ ਕੀਤੀ ਵੀ ਇੱਥੇ ਅੰਮ੍ਰਿਤ ਸ਼ਬਦ ਜਿਹੜਾ ਹੈ, ਕਿਉਂਕਿ ਆਪ ਜੀ ਵਿਚਾਰ ਸੁਣ ਰਹੇ ਹੋ, ਬੜੀ ਬਰੀਕੀ ਨਾਲ ਸੁਣ ਰਹੇ ਹੋ ਕਿ ਜਦੋਂ ਵੀ ਆਪਾਂ ਪਾਠ ਕਰਾਂਗੇ ਕੋਈ ਲਫ਼ਜ਼, ਹੁਣ ਜਿਵੇਂ ਇੱਥੇ ਅੰਮ੍ਰਿਤ ਸ਼ਬਦ ਆ ਗਿਆ, ਮੈਂ ਅਰਥ ਕਰ ਦਿੱਤੇ ਨਾਮ ਅੰਮ੍ਰਿਤ। ਇਸ ਅੰਮ੍ਰਿਤ ਸ਼ਬਦ ਨੂੰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਨਾਮ ਅਰਥਾਂ 'ਚ ਨਹੀਂ ਅਸੀਂ ਲਵਾਂਗੇ। ਉਹਦੇ ਅਰਥ ਅੰਮ੍ਰਿਤ ਸ਼ਬਦ ਦੇ ਉਸ ਤਰੀਕ ਹੋਣਗੇ ਇਹ ਸ਼ਬਦ ਵਿੱਚ ਕਿਸ ਪ੍ਰਸੰਗ ਦੇ ਰੂਪ ਵਿੱਚ ਆਇਆ ਹੈ ਤੇ ਇਸ ਕਿਸ ਥਾਂ ਤੇ ਮਹਾਰਾਜ ਜੀ ਨੂੰ ਵਰਤਿਆ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਖਰ ਅੰਮ੍ਰਿਤ ਭਿੰਨੇ ਲੋਇਣਾ। ਹਰੀ ਨਾਮ ਅੰਮ੍ਰਿਤ ਵਿੱਚ ਮਹਾਰਾਜ ਕਹਿੰਦੇ ਸਾਡੇ ਨੇਤਰ ਭਿੱਜ ਗਏ। ਆਪਣੀ ਅਵਸਥਾ ਦੱਸ ਰਿਹਾ। ਭਿੰਨੇ ਦਾ ਅਰਥ ਹੈ ਭਿੱਜ ਗਏ। ਇਹਨਾਂ ਵਿੱਚ ਨਾਮ ਅੰਮ੍ਰਿਤ ਸਿਮਦਾ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਜਿਹੜਾ ਸਾਡਾ ਮਨ ਹੈ ਉਹ ਪਰਮਾਤਮਾ ਦੇ ਪ੍ਰੇਮ ਵਿੱਚ, ਇੱਥੇ ਪ੍ਰੇਮ ਦੇ ਮੰਮੇ ਨੂੰ ਸਿਹਾਰੀ ਪ੍ਰੇਮ ਵਿੱਚ। ਹਰ ਅੰਮ੍ਰਿਤ ਭਿੰਨੇ ਲੋਇਣਾ, ਮੈਂ ਕੱਲ ਅਰਜ਼ ਕੀਤੀ ਸੀ, ਲੋਇਣਾ ਦਾ ਅਰਥ ਨੇਤਰ। ਸਾਡੀਆਂ ਅੱਖਾਂ ਪਰਮਾਤਮਾ ਦੇ ਖਰੀ ਨਾਮ ਅੰਮ੍ਰਿਤ ਵਿੱਚ ਭਿੱਜ ਗਈਆਂ ਤੇ ਜਿਹੜਾ ਮਨ ਹੈ, ਮਨ ਪ੍ਰੇਮ ਰਤਨਾ ਰਾਮ ਰਾਜੇ। ਰਤਨਾ ਦਾ ਅਰਥ ਕੀਤਾ ਹੈ ਜੀ ਰੰਗਿਆ ਗਿਆ, ਰਤਿਆ ਗਿਆ, ਕਿ ਸਾਡਾ ਮਨ ਜਿਹੜਾ ਹੈ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰਤਾ ਗਿਆ ਹੈ। ਇਹ ਹੈ ਪਹਿਲੀ ਤੁਕ। ਰਾਮ ਰਾਜੇ ਦੇ ਅਰਥ ਪ੍ਰਭੂ ਵੀ ਕਰਦੇ ਆ ਤੇ ਮੈਂ ਕੱਲ ਵੀ ਕਿਹਾ ਸੀ ਵਿਦਵਾਨ ਸੱਜਣ ਇਹਨੂੰ ਗਾਇਕੀ ਨਾਲ ਜੋੜਦੇ ਆ ਤੇ ਕਈ ਜਖੇ ਰਾਮ ਰਾਜੇ ਤੋਂ ਅਰਥ ਸ਼ੁਰੂ ਕਰਦੇ ਆ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਅਰਥ ਹੋ ਗਏ ਕਿ ਸਾਡਾ ਮਨ, ਇੱਥੋਂ ਅਰਥ ਕਰੀਏ ਕਿ ਸਾਡਾ ਮਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰਤਿਆ ਗਿਆ। ਫਿਰ ਬੇਨਤੀ, ਰਤਿਆ ਗਿਆ, ਰਤਿਆ ਜਾਏਗਾ ਨਹੀਂ। ਇੱਕ ਧੰਨ ਗੁਰੂ ਰਾਮਦਾਸ ਦਾ ਆਪਾ ਹੈ। ਮਹਾਰਾਜ ਕਹਿੰਦੇ ਨੇ ਉਹਦੇ ਪ੍ਰੇਮ ਵਿੱਚ ਰਤਿਆ ਗਿਆ ਤੇ ਜਦੋਂ ਮਨ ਰਤਾ ਹੋਵੇਗਾ ਤੇ ਮਹਾਰਾਜ ਕਹਿੰਦੇ ਉਦੋਂ ਨੇਤਰਾਂ ਵਿੱਚੋਂ, ਇਹ ਨੇਤਰ 8 ਪੈਰ 24 ਘੰਟੇ 12 ਮਹੀਨੇ ਹਰ ਵਕਤ ਜਿਹੜੇ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਵਿੱਚ ਭਿੱਜੇ ਰਹਿੰਦੇ ਆ। ਇੱਥੇ ਇੱਕ ਮਹਾਰਾਜ ਬਚਨ ਕਰ ਗਏ ਜੀ। ਇਹ ਅਰਥ ਸਮਝਣ ਵਾਲੇ ਨੂੰ ਡੂੰਘਾਈ ਨਾਲ ਦੇਖਿਓ। ਪਹਿਲੀ ਗੱਲ, ਮਨ ਰਤਾ ਹੈ ਤਾਂ ਨੇਤਰ ਭਿੱਜੇ ਨੇ। ਜੇ ਮਨ ਪ੍ਰਭੂ ਦੇ ਪ੍ਰੇਮ 'ਚ ਰਤਾ ਹੈ, ਜਿਹਦੇ ਪ੍ਰੇਮ 'ਚ ਮਨ ਰਤਾ ਹੈ, ਤਨ ਉਹਦੀ ਸੂਚਨਾ ਦੇਗਾ। ਜੇ ਮਨ ਵਾਸ਼ਨਾ ਵਿੱਚ ਰਤਾ ਹੈ, ਅੱਖਾਂ ਕਿਤੇ ਵਾਸ਼ਨਾ ਵਿੱਚ ਅੰਮ੍ਰਿਤ ਨਾਲ ਭਿੱਜੀਆਂ ਰਹਿਣਗੀਆਂ। ਜੇ ਮਨ ਵਕਾਰਾਂ ਵਿੱਚ ਰਤਾ ਹੈ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤਨ ਜਿਹੜਾ ਉਹ ਨਾਮ ਦੀਆਂ ਗੱਲਾਂ ਕਰੇ। ਠੀਕ ਹੈ, ਬੰਦਾ ਹੱਠ ਕਰੇਗਾ, ਜ਼ੋਰ ਲਾਏਗਾ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਪਿਆਰਿਓ, ਮਨ ਦਿਸਦਾ ਨਹੀਂ, ਪਰ ਮਨ ਦੀਆਂ ਤਸਵੀਰਾਂ ਜਿਹੜੀਆਂ ਨੇ ਬੰਦੇ ਦੇ ਤਨ ਉੱਤੋਂ ਝਲਕਦੀਆਂ ਹੁੰਦੀਆਂ ਨੇ। ਇਹਦੀਆਂ ਅੱਖਾਂ 'ਚੋਂ ਮਨ ਦਿਸਦਾ, ਇਹਦੇ ਬੋਲਾਂ 'ਚੋਂ ਮਨ ਦਿਸਦਾ। ਮੈਂ ਬੋਲ ਵੀ ਸ਼ਬਦ ਵਰਤਾਂਗਾ। ਇਹਦੀ ਗੱਲਬਾਤ ਤੋਂ ਮਨ ਦਿਸਦਾ। ਇੱਥੋਂ ਤੱਕ ਕਿ ਇਹਦੇ ਫੇਸ, ਇਹਦੇ ਚਿਹਰੇ ਦੇ ਰੰਗ ਤੋਂ ਇਹਦਾ ਮਨ ਦਿਸਦਾ। ਮਨ ਅਦ੍ਰਿਸ਼ਟ ਹੈ, ਪਰ ਇਸ ਗੱਲ ਨੂੰ ਯਾਦ ਰੱਖੋ ਕਿ ਮਨ ਦਾ ਜਿਹੜੀ ਝਲਕ ਹੈ ਉਹ ਬੰਦੇ ਦੇ ਸਰੀਰ ਵਿੱਚੋਂ ਨਿਕਲਣ ਲੱਗ ਪੈਂਦੀ ਹੈ, ਉਹ ਦਿਸਣ ਲੱਗ ਪੈਂਦਾ। ਗੁਰੂ ਰਾਮਦਾਸ ਕਹਿੰਦੇ ਨੇ ਮਨ ਰਤਾ ਹੈ। ਜੇ ਮਨ ਨਾਮ 'ਚ ਰਤਾ ਹੈ ਤੇ ਅੱਖਾਂ ਅੰਮ੍ਰਿਤ ਨਾਲ ਭਿੱਜੀਆਂ ਹੋਣਗੀਆਂ। ਜੇ ਮਨ ਮਾਇਆ ਵਿੱਚ ਰਤਾ ਹੈ ਤੇ ਅੱਖਾਂ ਤ੍ਰਿਸ਼ਨਾ ਵਿੱਚ ਰਤੀਆਂ ਹੋਣਗੀਆਂ। ਜੇ ਮਨ ਕਾਮ ਵਿੱਚ ਰਤਾ ਹੈ
ਤੇ ਅੱਖਾਂ ਜਿਹੜੀਆਂ ਨੇ ਪਰ ਦ੍ਰਿਸ਼ਟੀ ਵਿੱਚ ਰੱਤੀਆਂ ਹੋਣਗੀਆਂ। ਜੇ ਮਨ ਲੋਭ ਵਿੱਚ ਰੱਤਾ ਹੈ ਤੇ ਨੇਤਰ ਜਿਹੜੇ ਨੇ ਪਰ ਧਨ ਦੇ ਵਿੱਚ ਪ੍ਰਵਿਰਤ ਹੋਣਗੇ। ਜੇ ਮਨ ਈਰਖਾ ਵਿੱਚ ਰੱਤਾ ਹੈ ਤੇ ਅੱਖਾਂ ਦੇ ਵਿੱਚੋਂ ਕੇਵਲ ਵੈਰ ਵਾਲੀ ਬਿਰਤੀ ਨਿਕਲੇਗੀ। ਇੱਥੇ ਸਤਿਗੁਰੂ ਕਹਿੰਦੇ ਆ, ਭਾਈ ਸਿੱਖੋ ਸੁਣੋ ਕਿ ਮੇਰਾ ਮਨ ਰੱਤਿਆ ਗਿਆ, ਮਨ ਰੱਤਾ ਉਹਦੇ ਪ੍ਰੇਮ 'ਚ ਰੱਤਾ ਗਿਆ। ਤੇ ਜਿਹੜਾ ਹੈ ਹੀ ਸਤ ਸੁਹਾਨ ਸਦਾ ਮਨ ਚਾਓ, ਜਿਹੜਾ ਹੈ ਹੀ ਪ੍ਰੇਮ ਸਰੂਪ। ਅਸੀਂ ਪਰਮਾਤਮਾ ਦੀ ਜਦੋਂ ਗੱਲ ਕਰਨੇ ਆ, ਜਦੋਂ ਪਿਛਲੇ ਦਿਨੀ ਕੱਲ ਪਰਸੋਂ ਜਦੋਂ ਨਾਮ ਰਹਿਓ ਸਾਧੂ ਰਹਿਓ ਦੀ ਗੱਲ ਕੀਤੀ, ਉੱਥੇ ਮੇਰੇ ਮਨ 'ਚ ਆਇਆ ਕਿ ਅਸਲ 'ਚ ਆਪ ਜੀ ਜਦੋਂ ਉਸ ਪੌੜੀ ਦਾ ਪਾਠ ਕਰਦੇ ਹੋ, ਮਹਾਰਾਜ ਜੀ ਨੇ ਉੱਥੇ ਇੱਕ ਸ਼ਬਦ ਵਰਤਿਆ ਕਿ ਦਾਤਾ ਕਰਤਾ ਆਪ ਤੂੰ। ਫਿਰ ਸੁਣਿਓ ਇਸ ਬੇਨਤੀ ਨੂੰ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਉੱਥੇ ਹੈ ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰੈ ਪਸਾਓ। ਕਰਤਾ ਨਹੀਂ ਪਹਿਲਾਂ ਲਿਖਿਆ, ਉੱਥੇ ਗੁਰੂ ਨਾਨਕ ਸਾਹਿਬ ਨੇ ਲਫ਼ਜ਼ ਦਾਤਾ ਪਾਇਆ ਹੈ। ਦਾਤਾ ਕਰਤਾ ਆਪ ਤੂੰ, ਕਰਤਾ ਦਾਤਾ ਨਹੀਂ। ਵਾਹ ਵਾਹ, ਇਸ ਸ਼ਬਦ ਵਿੱਚ ਹੀ ਇੰਨਾ ਪਿਆਰ ਦੇ ਗਏ ਗੁਰੂ ਸਾਹਿਬ। ਕਹਿਣ ਲੱਗਿਓ ਭਲਿਆ ਉਹ ਪ੍ਰੇਮ ਸਰੂਪ ਹੈ, ਤੇਰਾ ਕਰਤਾ ਹੈ, ਤੈਨੂੰ ਬਣਾਉਣ ਵਾਲਾ ਹੈ, ਪਰ ਯਾਦ ਰੱਖੀ ਤੇਰਾ ਕਰਤਾ ਬਾਅਦ ਵਿੱਚ ਪਹਿਲਾਂ ਤੇਰਾ ਦਾਤਾ ਬਣ ਕੇ ਤੇਰੇ ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਇਹ ਹੈ ਉਹਦਾ ਪ੍ਰੇਮ ਸੁਭਾਅ। ਉਹ ਦਾਤਾ ਹੈ ਪਹਿਲਾਂ, ਕਰਤਾ ਬਾਅਦ ਵੀ ਸ਼ਬਦ ਵਰਤਿਆ। ਮੈਂ ਆਪ ਨੂੰ ਬੇਨਤੀ ਕਰ ਲੱਗਾ ਕਿ ਨੇਤਰ ਤਾਂ ਭਿੱਜੇ ਕਿਉਂਕਿ ਮਨ ਜਿਹੜਾ ਉਹ ਨਾਮ ਵਿੱਚ ਰੱਤਾ ਗਿਆ। ਜਿਸ ਤਰ੍ਹਾਂ ਮਨ ਰੱਤਾ ਹੋਵੇਗਾ, ਜਿਸ ਚੀਜ਼ ਨਾਲ ਮਨ ਰੱਤਾ ਹੋਵੇਗਾ, ਪਿਆਰਿਓ ਯਾਦ ਰੱਖੋ ਉਹ ਕੁਝ ਤਨ ਦੇ ਇੰਦਰੀਆਂ ਚੋਂ ਬਾਹਰ ਨਿਕਲੇਗਾ। ਬੰਦੇ ਦੀਆਂ ਅੱਖਾਂ, ਮੈਂ ਬੇਨਤੀ ਕਰਾਂ, ਅੰਦਰ ਨੂੰ ਬਾਹਰ ਕੱਢਦੀਆਂ ਨੇ ਜੀ। ਇਹਦੀਆਂ ਅੱਖਾਂ ਵਿੱਚ ਹੈ ਕੀ ਹੈ? ਇੱਥੇ ਮਹਾਰਾਜ ਕਹਿੰਦੇ ਸਾਡੇ ਨੇਤਰ ਤਰੋ ਤਾਰ ਹੋ ਗਏ, ਸਾਡੇ ਨੇਤਰ ਸਰੂਰ ਵਿੱਚ ਆ ਗਏ। ਪਿਆਰਿਓ ਇਹ ਉਹ ਸਰੂਰ ਹੈ ਜਿਹੜਾ ਪਰਮਾਤਮਾ ਦੇ ਨਾਮ ਵਿੱਚ ਪ੍ਰੇਮ ਵਿੱਚ ਰੱਤ ਕੇ ਹੈ। ਹਾਂ, ਇੱਕ ਮੈਂ ਬੇਨਤੀ ਹੋਰ ਕਰ ਦਿਆਂ, ਜਿਹੜੀ ਸਮਾਜ ਦੀ ਸਮੱਸਿਆ ਪਹਿਲਾਂ ਸੀ, ਅੱਜ ਵੀ ਹੈ, ਅੱਗੇ ਵੀ ਰਹੇਗੀ। ਹੁਣ ਅਰਥ ਆਪਾਂ ਕਰ ਦਿੱਤੇ ਜੀ, ਇਹ ਅੰਦਰ ਜਿਹੜਾ ਹੈ ਪ੍ਰੇਮ 'ਚ ਰੱਤਾ ਹੈ ਤੇ ਨੇਤਰ ਰੱਤੇ ਗਏ ਅੰਮ੍ਰਿਤ 'ਚ। ਕਈ ਵਾਰੀ ਨਾਮ ਰਸੀਏ ਦੀਆਂ ਅੱਖਾਂ 'ਚ ਸਰੂਰ ਹੁੰਦਾ ਹੈ, ਕਈ ਵਾਰੀ ਕੀ ਹੁੰਦਾ ਹੀ ਸਰੂਰ ਜੀ, ਉਹਦੀਆਂ ਅੱਖਾਂ ਖੁਮਾਰੀ ਵਿੱਚ ਰਹਿੰਦੀਆਂ ਨੇ, ਉਹਦੀਆਂ ਅੱਖਾਂ ਆਪਣੇ ਪਿਆਰੇ ਦੇ ਪ੍ਰੇਮ ਦੇ ਵਿੱਚ ਕੋਈ ਵੱਖਰੇ ਢੰਗ ਨਾਲ ਹੀ ਉਹਦੇ ਨੇਤਰ ਲੋਕਾਂ ਨੂੰ ਖਿੱਚ ਪਾਉਂਦੇ ਆ। ਉਹਦੀਆਂ ਅੱਖਾਂ 'ਚੋਂ ਨੀਰ ਨਿਕਲਦਾ ਹੈ। ਪਖੰਡੀ ਕੀ ਕਰਦੇ ਆ, ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ। ਹੁਣ ਉਸ ਇਹ ਨੇਤਰਾਂ 'ਚੋਂ ਨੀਰ ਨਿਕਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਕਿ ਇਸ ਨਾਮ ਦੀ ਅਵਸਥਾ ਨੂੰ ਦੇਖ ਕੇ ਕਈ ਵਾਰੀ ਪਰਪੰਚੀ ਪਖੰਡੀ ਜਿਹੜੇ ਨੇ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੀਆਂ ਅੱਖਾਂ ਵਿੱਚੋਂ ਆਪਣੇ ਆਪ ਪਾਣੀ ਬਾਹਰ ਕੱਢਣ ਦਾ ਯਤਨ ਕਰਦੇ ਆ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਮੈਂ ਇਸ ਕਰਕੇ ਕਹਿ ਰਿਹਾ ਪਿਆਰਿਓ, ਬਹੁ ਗਿਣਤੀ 'ਚ ਹੋ ਸਕਦਾ ਹੈ ਅੱਖਾਂ 'ਚੋਂ ਪਾਣੀ ਕੱਢਣ ਵਾਲੇ ਜਿਹਨੂੰ ਅਸੀਂ ਕਹਿੰਦੇ ਹਾਂ ਮਗਰਮੱਛ ਦੇ ਅਥਰੂ ਸੱਟਦੇ ਹੋਣ, ਪਰ ਯਾਦ ਰੱਖਿਓ ਕਿਤੇ ਸਚਾਈ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਜਿਹੜੇ ਪਖੰਡੀ ਨੇ, ਦੰਭੀ ਨੇ, ਉਹ ਅੱਖਾਂ ਦੇ ਪਾਣੀ ਨਾਲ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੇ। ਸਤਿਗੁਰਾਂ ਦਾ ਸਵਈਆ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਕਹਿੰਦੇ ਉਹਨਾਂ ਸੁਰਮਚੂ ਲਿਆ। ਪੁਰਾਣੇ ਸੱਜਣਾਂ ਨੂੰ ਪਤਾ ਹੈ ਸੁਰਮਚੂ, ਜਿਵੇਂ ਸੁਰਮੇ ਵਾਲੀ ਸਲਾਈ ਲਈ ਤੇ ਉਹਨਾਂ ਨੇ ਕੀ ਕੀਤਾ, ਤੇਲ ਸਰੋਂ ਦਾ ਤਾਜ਼ਾ ਕੱਢਿਆ ਸੀ ਕਹਾਣੀ ਦਾ, ਉਸ ਤੇਲ ਦੇ ਵਿੱਚ ਉਸ ਸਲਾਈ ਨੂੰ ਭਿਉਂ ਲਿਆ ਤੇ ਲੋਕਾਂ ਨੂੰ ਮਿਲਣ ਤੋਂ ਪਹਿਲਾਂ ਆਪਣੀਆਂ ਦੋਨਾਂ ਅੱਖਾਂ ਦੇ ਵਿੱਚ ਤੇਲ ਪਾ ਲਿਆ। ਤੇ ਉਂਝ ਵੀ ਆਪਾਂ ਕਿਤੇ ਅੱਖਾਂ ਨੂੰ ਕਿਤੇ ਚਿਹਰੇ ਤੇ ਤੇਲ ਲਾਈਏ ਤੇ ਸਾਡੀਆਂ ਜਿਹੜੀਆਂ ਅੱਖਾਂ ਨੇ ਉਹਨਾਂ 'ਚੋਂ ਪਾਣੀ ਵਗਣ ਲੱਗ ਪੈਂਦਾ, ਤੇਲ ਸ਼ੁੱਧ ਹੋਵੇ ਤਾਂ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਦੇਖੋ, ਉਹਨਾਂ ਨੇ ਆਪਣੀਆਂ ਅੱਖਾਂ 'ਚ ਤੇਲ ਪਾਇਆ, ਅੱਖਾਂ ਦੇ ਵਿੱਚੋਂ ਨੀਰ ਨਿਕਲਣ ਲੱਗ ਪਿਆ ਤੇ ਨਾਲ ਚੇਲਿਆਂ ਨੇ ਕਹਿਣ ਦਿੱਤਾ ਜੀ ਬਾਬਾ ਜੀ ਤਾਂ ਬੈਰਾਗ ਵਿੱਚ ਆਏ ਨੇ, ਪੁੱਛੋ ਕੁਝ ਨਾ। ਤੇ ਜਦੋਂ ਅੱਖਾਂ 'ਚੋਂ ਪਾਣੀ ਨਿਕਲਦਾ ਹੈ, ਕੁਦਰਤੀ ਕਈ ਵਾਰੀ ਬੰਦੇ ਦਾ ਗਲਾ ਵੀ ਭਰ ਜਾਂਦਾ ਹੈ, ਇਹਦੇ ਨਾਸਕਾ ਵਿੱਚੋਂ ਵੀ ਨੀਰ ਵਹਿਣ ਤੁਰਦਾ ਹੈ। ਮਹਾਰਾਜ ਕਹਿੰਦੇ ਨੇ ਹੈ ਤਾਂ ਆਤਮਿਕ ਅਵਸਥਾ ਕਿ ਜਿਹਦੀਆਂ ਅੱਖਾਂ ਨਾਮ ਅੰਮ੍ਰਿਤ ਨਾਲ ਭਿੱਜੀਆਂ ਨੇ, ਉਹਦੇ ਨਾਂ ਤੇ ਪਖੰਡ ਕਰਨ ਵਾਲਾ। ਮੈਂ 2 ਮਿੰਟ ਤਾਂ ਅਰਜ਼ ਕਰਨੀ ਚਾਹੁੰਦਾ ਸਾਂ, ਇਸ ਸ਼ਬਦ ਨੇ ਦਾ ਵਿਸ਼ਾ ਨਹੀਂ, ਪਰ ਜ਼ਰੂਰੀ ਸੀ ਇਹ ਪਾ ਕਹਿਣਾ ਵੀ ਸਿਰਫ ਅੱਖਾਂ ਦਾ ਪਾਣੀ ਹੀ ਜੀਵਨ ਨਹੀਂ,
ਅਸਲ 'ਚ ਮਹਾਰਾਜ ਕਹਿੰਦੇ ਨੇ ਮਨ ਪ੍ਰੇਮ ਰਤਨਾ ਰਾਮ ਰਾਜੇ। ਸਾਡਾ ਜਿਹੜਾ ਮਨ ਹੈ ਉਹ ਪ੍ਰੇਮ ਵਿੱਚ ਰਤਾ ਹੈ। ਤੇ ਮੈਂ ਬੇਨਤੀ ਕਰ ਲੱਗਾ, ਕਪਟੀ ਬੰਦਾ ਵੀ ਅੱਖਾਂ 'ਚੋਂ ਪਾਣੀ ਸੜਦਾ। ਮਹਾਰਾਜ ਦਾ ਇੱਕ ਬਚਨ ਹੈ, ਆਖਣ ਭੀਤਰ ਤੇਲ ਕੋ ਡਾਰਕੈ ਗੁਰੂ ਗੋਬਿੰਦ ਸਿੰਘ, ਸੋ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ 'ਚ ਵਿੱਚ ਤੇਲ ਪਾ ਲਿਆ, ਪਾਣੀ ਨਿਕਲਣ ਲੱਗ ਪਿਆ, ਲੋਕਾਂ ਨੂੰ ਵਿਖਾਉਣ ਲੱਗ ਪਿਆ। ਨਹੀਂ ਪਿਆਰਿਓ, ਜਿਹੜਾ ਬੈਰਾਗ ਹੈ ਨਾ, ਅਕਲ ਇਸ ਦੇ ਸਾਰੇ ਅੱਜ ਕੱਲ੍ਹ ਬਚਨ ਹੀ ਅੱਗੇ ਪ੍ਰੇਮਾ ਭਗਤੀ ਦੇ ਚੱਲਣੇ ਨੇ। ਬੈਰਾਗ ਧੁਰ ਅੰਦਰ ਸੀਨੇ ਨੂੰ ਧੂਪ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਆਖਣ ਭੀਤਰ ਤੇਲ ਕੋ ਡਾਰਕੈ, ਸੋ ਲੋਗਨ ਨੀਰ ਬਹਾਏ ਦਿਖਾਵੇ। ਜੋ ਧਨਵਾਨ ਲਖੈ ਨੀ ਸੇਵਕ, ਤਾਏ ਪਰੋਸ ਪ੍ਰਸ਼ਾਦ ਜਮਾਵੇ। ਕਹਿੰਦੇ ਨੇ ਜਿਹੜਾ ਅੱਖਾਂ 'ਚੋਂ ਪਾਣੀ ਕੱਢ ਰਿਹਾ ਹੈ ਤੇਲ ਪਾ ਕੇ, ਜਦੋਂ ਅਮੀਰ ਬੰਦਾ, ਧਨਾੜ ਬੰਦਾ, ਪੈਸੇ ਵਾਲਾ ਬੰਦਾ ਉਹਦੇ ਕੋਲ ਆਉਂਦਾ ਹੈ ਤੇ ਉਹਨੂੰ ਆਪਣੇ ਹੱਥਾਂ ਨਾਲ ਪਰੋਸ ਕੇ ਪ੍ਰਸ਼ਾਦਾ ਛਕਾਉਂਦਾ। ਥਾਲੀ ਲੈ ਲੈਂਦਾ ਤੇ ਕਈ ਵਾਰੀ ਉਹ ਕਹਿ ਦਿੰਦਾ, ਪਤਾ ਮਿਲ ਜਾਂਦਾ ਵੀ ਫਲਾਣਾ ਬੰਦਾ ਅੱਜ ਆ ਰਿਹਾ ਹੈ, ਤੇ ਉਹ ਕਹਿ ਦਿੰਦਾ ਜੀ ਦੇਖੋ ਜੀ ਅਸੀਂ ਤੁਹਾਡੀ ਇੰਤਜ਼ਾਰ ਕਰ ਰਹੇ ਸਾਂ, ਮੈਂ ਆਪਣੇ ਹੱਥਾਂ ਨਾਲ ਤੁਹਾਨੂੰ ਪ੍ਰਸ਼ਾਦਾ ਛਕਾਣਾ। ਤੇ ਕੋਲ ਬੈਠੇ ਕਹਿੰਦੇ ਤੇਰੀ ਕਿਸਮਤ ਬੜੀ ਚੰਗੀ ਓਏ, ਤੂੰ ਤਾਂ ਬੜਾ ਭਾਗਾਂ ਵਾਲਾ ਓਏ, ਤੇਰੇ ਵਰਗਾ ਤਾਂ ਹੋਣਾ ਹੀ ਕੋਈ ਨਹੀਂ ਓਏ। ਕਿਉਂ? ਕਿਉਂਕਿ ਤੈਨੂੰ ਮਹਾਂਪੁਰਖਾਂ ਨੇ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਛਕਾ ਦਿੱਤਾ। ਪਰ ਚੇਤੇ ਰੱਖੋ, ਮੈਂ ਪਰਪੰਚੀ ਦੀ ਗੱਲ ਕਰ ਰਿਹਾ, ਪਖੰਡੀ ਦੀ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਉਹ ਧਨਵਾਨ ਨੂੰ ਅੱਖਾਂ 'ਚ ਪਾਣੀ ਭਰਿਆ ਹੈ, ਤੇਲ ਕਰਕੇ ਪ੍ਰਸ਼ਾਦਾ ਛਕਾ ਰਿਹਾ ਹੈ। ਜਦੋਂ ਕੋਈ ਗਰੀਬ ਜਾਂਦਾ ਹੈ ਉਹਨੂੰ ਪ੍ਰਸ਼ਾਦਾ ਤਾਂ ਕੀ ਹੱਥਾਂ ਨਾਲ ਛਕਾਣਾ ਹੈ, ਉਹਨੂੰ ਕਈ ਕਈ ਦਿਨ ਆਪਣੇ ਦੀਦਾਰ ਵੀ ਨਹੀਂ ਬਖਸ਼ਦਾ। ਮਹਾਰਾਜ ਕਹਿੰਦੇ ਨੇ ਉਹ ਅੰਦਰੋਂ ਭਿੱਜੇ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਦੇ ਬਚਨ, ਆਖਣ ਭੀਤਰ ਤੇਲ ਕੋ ਡਾਰਕੈ, ਸੋ ਲੋਗਨ ਨੀਰ ਬਹਾਏ ਦਿਖਾਵੇ। ਜੋ ਧਨਵਾਨ ਲਖੈ ਨੀ ਸੇਵਕ, ਤਾਏ ਪਰੋਸ ਪ੍ਰਸ਼ਾਦ ਜਮਾਵੇ। ਜੋ ਧਨਹੀਨ ਲਖੈ ਤੈ ਦੇਤਨੈ, ਮੰਗਨ ਜਾਤ ਨਾ ਮੁਖੋ ਦਿਖਾਵੇ। ਲੂਟਤ ਹੈ ਪਸ਼ ਲੋਗਨ ਕੋ। ਮਹਾਰਾਜ ਕਹਿੰਦੇ ਨੇ ਪਸ਼ੂ ਬੰਦਾ ਲੁੱਟ ਰਿਹਾ ਲੋਕਾਂ ਨੂੰ। ਲੁੱਟਦਾ ਹੈ ਪਸ਼ ਲੋਗਨ ਕੋ, ਕਬਹੂ ਨਾ ਪਰਮੇਸ਼ਵਰ ਕੇ ਗੁਣ ਗਾਵੇ। ਮਹਾਰਾਜ ਕਹਿੰਦੇ ਤਾਂ ਇਹਨੂੰ ਕਿਹਾ ਕਿਉਂਕਿ ਪਰਮੇਸ਼ਵਰ ਦੇ ਗੁਣ ਨਹੀਂ ਗਾ ਰਿਹਾ। ਮੈਂ ਆਪ ਨੂੰ ਬੇਨਤੀ ਕਰਾਂ ਕਿ ਅੱਖਾਂ 'ਚ ਅੰਮ੍ਰਿਤ ਕਿਉਂ ਆ ਗਿਆ, ਅੰਮ੍ਰਿਤ ਨੇਤਰ ਕਿਉਂ? ਕਿਉਂਕਿ ਗੁਰੂ ਰਾਮਦਾਸ ਕਹਿੰਦੇ ਨੇ ਮਨ ਭਿੱਜ ਗਿਆ। ਜੋ ਅੰਦਰ ਹੈ ਉਹ ਬਾਹਰ ਆਏਗਾ, ਅੱਜ ਨਹੀਂ ਕੱਲ ਨਹੀਂ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਜਿਸ ਬੀਬੀ ਦੇ ਕੁੱਖ ਵਿੱਚ ਸੰਤਾਨ ਟੇਗੇ ਨਿੰਮਿਆ, ਉਹ ਕਿੰਨੇ ਕੁ ਦਿਨ ਆਪਣੇ ਤਨ ਨੂੰ ਲੁਕਾ ਕੇ ਰੱਖ ਸਕੇਗੀ? ਮੰਨ ਲਓ ਬਾਹਰ ਨਾ ਵੀ ਨਿਕਲੇ, ਇਹ ਕਹੇ ਜੀ ਮੈਂ ਕਿਸੇ ਸਾਹਮਣੇ ਨਹੀਂ ਜਾਣਾ। ਭਾਈ ਸਾਹਿਬ ਕਹਿੰਦੇ ਨੇ ਜਿੱਦਣ ਉਹਨਾਂ ਦੇ ਘਰ ਅੱਗੇ ਸ਼ਰੀਂ ਵੱਜੇਗਾ, ਹੁਣ ਵਾਹਿਗੁਰੂ ਜੀ ਇਹਨੂੰ ਕਰਮਕਾਂਡ ਨਾਲ ਜੋੜ ਕੇ ਨਾ ਕਹਿ ਦਿਓ ਜੀ ਸ਼ਰੀਂ ਵੱਜਣ ਦੀ ਗੱਲ ਕਰ ਗਈ। ਆਪ ਪਿੰਡੂ ਸੱਜਣਾ ਨੂੰ ਪਤਾ ਹੈ, ਜਿਸ ਦੇ ਘਰ ਲੜਕਾ ਹੁੰਦਾ ਸੀ ਤੇ ਉਹ ਪਿੰਡ ਵਿੱਚ ਲਾਗਣ ਆਉਂਦੀ ਸੀ, ਉਹਦੇ ਘਰ ਅੱਗੇ ਨਿੰਮ ਸ਼ਰੀਂ ਆਦਿਕ ਬੰਨ੍ਹ ਕੇ ਜਾਂਦੀਆਂ ਸਨ। ਹੁਣ ਉਹ ਜਿਹੜੀ ਨਿੰਮ ਵੱਜੀ ਹੈ ਨਾ, ਸ਼ਰੀਂ ਵੱਜੀ ਹੈ ਪੱਤੇ, ਉਹ ਦੱਸ ਦਿੰਦੇ ਨੇ ਲੰਘਣ ਵਾਲਿਓ, ਭਾਵੇਂ ਔਰਤ ਬਾਹਰ ਨਹੀਂ ਆਈ ਪਰ ਇਸ ਘਰ ਦੇ ਵਿੱਚ ਸੰਤਾਨ, ਇਸ ਘਰ ਵਿੱਚ ਬੱਚੇ ਦਾ ਜਨਮ ਹੋਇਆ, ਉਹ ਅੰਦਰ ਬੈਠੀ ਹੈ ਪਰ ਸ਼ਰੀਂ ਬੋਲ ਰਿਹਾ ਹੈ, ਨਿੰਮ ਲਟਕਦੀ ਬੋਲਦੀ ਹੈ। ਸੱਚ ਇਹ ਜੇ ਗੁਰਮੁਖੋ, ਜੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੇ ਪ੍ਰੇਮ ਵਿੱਚ ਰਤਿਆ ਗਿਆ, ਜਿੰਨਾ ਮਰਜ਼ੀ ਕੋਈ ਲੁਕਾਉਣ ਦਾ ਯਤਨ ਕਰੇ ਉਹ ਬੰਦਾ ਕਦੀ ਲੁਕ ਸਕਦਾ ਹੀ ਨਹੀਂ। ਇਹ ਪਰਮੇਸ਼ਵਰ ਦੇ ਨਾਮ ਦੀ ਖੇਡ ਐਸੀ। ਮਹਾਰਾਜ ਕਹਿੰਦੇ ਨੇ ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਸਾਡੀਆਂ ਅੱਖਾਂ ਉਹਦੇ ਨਾਮ ਅੰਮ੍ਰਿਤ ਭਿੱਜੀਆਂ ਨੇ, ਤਾਂ ਭਿੱਜੀਆਂ ਨੇ ਕਿਉਂਕਿ ਮਨ ਮੈਲਾ ਨਹੀਂ, ਮਨ ਸ਼ੁੱਧ ਹੋ ਚੁੱਕਾ ਹੈ, ਮਨ ਨਿਰਮਲ ਹੋ ਚੁੱਕਾ ਹੈ। ਇੱਕ ਹੋਰ ਬੇਨਤੀ ਇਸ ਨਾਲ ਫਿਰ ਮੈਂ ਇਹਨੂੰ ਕਹਾਂਗਾ, ਖਾਲਸਾ ਜੀ ਆਪ ਬੜੇ ਨਾਮ ਅਭਿਆਸੀ ਵੀ ਸੁਣ ਰਹੇ ਹੋ ਕਥਾ, ਉਹ ਜਾਣਦੇ ਇਸ ਗੱਲ ਨੂੰ ਕਿ ਸਾਰੀ ਖੇਡ ਮਨ ਦੀ ਹੈ। ਅੱਜ ਸਭ ਤੋਂ ਜ਼ਿਆਦਾ ਸਿੱਖੀ ਵਿੱਚ ਤਨ ਤੇ ਜ਼ੋਰ ਦਿੱਤਾ ਜਾ ਰਿਹਾ। ਤੂੰ ਇਸ ਤਰ੍ਹਾਂ ਨਾ ਕਰ, ਤੂੰ ਇਸ ਤਰ੍ਹਾਂ ਕਰ, ਤੂੰ ਅੰਜ ਕਰ, ਤੂੰ ਅੰਜ ਕਰ। ਪਿਆਰਿਓ, ਜਿੱਥੋਂ ਕਹਾਣੀ ਸ਼ੁਰੂ ਹੁੰਦੀ ਏ ਉਹਦੇ ਤੱਕ ਕੋਈ ਪਹੁੰਚ ਹੀ ਨਹੀਂ ਰਿਹਾ ਸੀ। ਸਾਰੀ ਜਿਹੜੀ ਪਵਾੜੇ ਦੀ ਜੜ ਉੱਤੇ ਮਨ ਹੈ। ਉੱਥੇ ਗੁਰੂ ਜੀ ਨੇ ਕਿਹਾ ਮਨ ਪ੍ਰੇਮ ਚ ਰੱਤਾ ਹੈ ਤਾਂ ਨੇਤਰਾਂ ਚ ਨੀਰ ਹੈ। ਮੈਂ ਇਹਦੀ ਉਦਾਹਰਨ ਇੱਕ ਸਪਸ਼ਟ ਕਰ ਲਈ ਦਿਆਂਗਾ। ਇੱਕ ਵਾਰ ਅਰਜ਼ ਕੀਤੀ ਸੀ, ਕਹਾਇ ਤਾਂ ਕਹਾਣੀ, ਕਿਸੇ ਔਰਤ ਨੇ ਬਹੁਤ ਸੋਹਣਾ ਬਗੀਚਾ ਬਣਾਇਆ। ਉਹਨੇ ਕਈ ਤਰ੍ਹਾਂ ਦੇ ਫੁੱਲ ਜਿਹੜੇ ਨੇ ਉਹਦੇ ਚ ਲਾਏ।
ਉਹਦੇ ਬਗੀਚੇ 'ਚ ਫੁੱਲ ਖਿੜੇ, ਉਹ ਸਾਰਾ ਦਿਨ ਤਕਰੀਬਨ ਫੁੱਲਾਂ ਵਿੱਚ ਉਹਨੇ ਟਹਿਲਣਾ, ਉਹਨਾਂ ਫੁੱਲਾਂ ਨੂੰ ਦੇਖਣਾ। ਤੇ ਕਿਤੇ ਉਹਨੂੰ ਕੰਮ ਪੈ ਗਿਆ, ਉਹ ਬਾਹਰ ਜਾਣ ਲੱਗੀ ਤੇ ਉਹਦਾ ਬੇਟਾ ਘੱਟ ਵੱਧ ਹੀ ਆਉਂਦਾ ਸੀ, ਉਹਨੇ ਫੇਰਾ ਮਾਰਨਾ, ਮਾੜਾ ਮੋਟਾ ਆਪਣੇ ਕੰਮ ਤੇ ਚਲੇ ਜਾਣਾ। ਉਹ ਕਿਤੇ ਵਾਂਡੇ ਜਾਣ ਲੱਗੀ, ਵਾਂਡੇ ਸ਼ਬਦ ਵੀ ਸ਼ਾਇਦ ਸ਼ਹਿਰ 'ਚ ਕਈ ਸੱਜਣਾ ਨੂੰ ਪਤਾ ਨਹੀਂ ਪੈਣਾ। ਉਹ ਕਿਸੇ ਦੂਸਰੇ ਪਿੰਡ ਜਾਣ ਲੱਗੀ, ਵਾਂਡੇ ਜਾਣ ਲੱਗੀ, ਤੇ ਬੱਚੇ ਨੂੰ ਕਹਿੰਦੀ, ਬੱਚੇ ਮੈਂ 10 ਕੁ ਦਿਨ ਮੈਨੂੰ ਲੱਗ ਜਾਣੇ ਨੇ, ਆ ਤੇਰੀ ਜ਼ਿੰਮੇਵਾਰੀ ਹੈ, ਤੂੰ ਦੇਖੀ ਆ ਫੁੱਲਾਂ ਦੀ ਬਗੀਆ, ਫੁੱਲਾਂ ਦਾ ਬਗੀਚਾ ਸਾਰਾ ਟਹਿਕਦਾ ਪਿਆ ਹੈ, ਸੁਗੰਧੀ ਦੀਆਂ ਲਪਟਾਂ ਨਿਕਲਦੀਆਂ ਪਈਆਂ ਨੇ, ਦੇਖੀ ਮੇਰੇ ਇਸ ਫੁੱਲਾਂ ਨੂੰ, ਇਹਨਾਂ ਬੂਟਿਆਂ ਨੂੰ ਸੋਕਾ ਨਾ ਕਿਤੇ ਪੈ ਜਾਏ। ਉਹ ਕਹਿੰਦਾ ਮਾਤਾ ਤੂੰ ਮੈਨੂੰ ਕੰਮ ਕਿਹਾ, ਮੈਂ ਯਤਨ ਕਰਾਂਗਾ ਕਿ ਵੱਧ ਤੋਂ ਵੱਧ ਟਾਈਮ ਕੱਢ ਕੇ ਮੈਂ ਤੇਰੇ ਇਸ ਬਗੀਚੇ ਦੀ ਸੰਭਾਲ ਕਰਾਂ। ਉਹ ਚਲੀ ਗਈ। ਉਹ ਰੋਜ਼ ਆਉਂਦਾ ਹੈ, ਮਾਂ ਤੋਂ ਵੱਧ ਟਾਈਮ ਲਾਉਂਦਾ ਬਗੀਚੇ 'ਚ, ਪਰ ਦੁੱਖ ਇਸ ਚੀਜ਼ ਦਾ ਹੋ ਰਿਹਾ ਕਿ ਫੁੱਲ ਸਾਰੇ ਸੁੱਕੀ ਜਾ ਰਹੇ। ਉਹ ਵਿਚਾਰਾ ਲੈ ਕੇ ਆਉਂਦਾ ਪਤਲੇ ਪਤਲੇ ਕੱਪੜੇ, ਕਦੀ ਟਾਹਣੀ ਝਾੜ, ਕਦੀ ਪੱਤੇ ਸਾਫ਼ ਕਰ, ਪਰ ਜਦੋਂ ਵੇਖਦਾ ਵੀ ਮੈਂ ਮਾਂ ਤੋਂ ਵੱਧ ਸਮਾਂ ਰਹਿਣਾ ਵਾਂ, ਪੱਤੇ ਵੀ ਝਾੜਨਾ ਵਾਂ, ਮੈਂ ਟਾਹਣੀਆਂ ਵੀ ਸਾਫ਼ ਕਰਨਾ ਵਾਂ, ਪਤਾ ਨਹੀਂ ਕੀ ਹੋ ਗਿਆ, ਇਹ ਫੁੱਲ ਸਾਰੇ ਸੁੱਕੀ ਕਿਉਂ ਜਾਂਦੇ, ਇਹ ਪੱਤੀਆਂ ਮੁਰਝਾ ਗਈਆਂ, ਫੁੱਲ ਸਾਰੇ ਕੁਮਲਾ ਗਏ, ਜ਼ਮੀਨ ਤੇ ਡਿੱਗਣ ਲੱਗ ਪਏ। ਉਹ ਮਾਈ ਜਦੋਂ ਆਈ ਜੀ ਵਾਪਸ, ਉਹਨੇ ਆਪਣਾ ਸਮਾਨ ਰੱਖਿਆ ਤੇ ਯਕ ਲਖਤ ਇੱਕੋ ਦਮ ਉਹ ਚਲੀ ਗਈ ਆਪਣੇ ਬਗੀਚੇ 'ਚ। ਉਹਨੇ ਦੇਖਿਆ ਤੇ ਚਾਰ ਚੁਫੇਰੇ ਮੁਰਝਾਟ ਹੀ ਮੁਰਝਾਟ ਸੀ। ਜਿਹੜੀ ਖੇੜਾ ਛੱਡ ਕੇ ਗਈ, ਸੁਗੰਧੀ ਛੱਡ ਕੇ ਗਈ, ਉੱਥੇ ਹਰ ਪਾਸੇ ਫੁੱਲ ਮੁਰਝਾਈ ਮੁਰਝਾਏ ਸਨ। ਉਹਨੇ ਬੱਚੇ ਨੂੰ ਆਵਾਜ਼ ਮਾਰੀ, ਕਹਿੰਦੀ ਇਹ ਕੀ ਕੀਤਾ? ਉਹ ਕਹਿੰਦਾ ਮਾਂ ਮੇਰੀ ਇਹ ਦੁਖੀ ਮੈਂ ਵੀ ਬੜਾ ਹਾਂ, ਮੈਂ ਤੇਰੇ ਤੋਂ ਜ਼ਿਆਦਾ ਟਾਈਮ ਇੱਥੇ ਰਿਹਾ, ਤੇਰੇ ਤੋਂ ਵੱਧ ਸਮਾਂ ਮੈਂ ਬਗੀਚੇ 'ਚ ਰਿਹਾ, ਮੈਂ ਸਾਰੇ ਪੱਤੇ ਸਾਰੇ ਫੁੱਲ ਆਹ ਦੇਖ, ਮੈਂ ਕੋਮਲ ਕੱਪੜਿਆਂ ਨਾਲ ਪੱਤੀਆਂ ਤੱਕ ਸਾਫ਼ ਕਰਦਾ ਰਿਹਾ, ਪਤਾ ਨਹੀਂ ਕੀ ਹੋਇਆ, ਇਹ ਮੁਰਝਾ ਗਏ, ਇਹ ਸਾਰੇ ਸੁੱਕਣ ਲੱਗ ਪਏ ਤੇਰੇ ਜਾਣ ਤੋਂ ਬਾਅਦ। ਉਸ ਮਾਈ ਨੇ ਜਦੋਂ ਬੂਟਿਆਂ ਦੀ ਮਿੱਟੀ ਦੇਖੀ, ਜਿੱਥੇ ਬੂਟੇ ਲੱਗੇ ਨੇ, ਜੜ੍ਹਾਂ ਵੱਲ ਝਾਤੀ ਮਾਰੀ ਤੇ ਉਹ ਮਿੱਟੀ ਸੁੱਕ ਕੇ ਪੱਥਰ ਹੋ ਚੁੱਕੀ ਸੀ, ਉਹ ਬੰਜਰ ਹੋ ਚੁੱਕੀ ਸੀ। ਉਹਨੇ ਕਿਹਾ ਮੇਰੇ ਬੇਟੇ ਤੂੰ ਇੰਨੇ ਦਿਨ ਆਇਆ ਵਿੱਚ, ਤੂੰ ਮਿਹਨਤ ਵੀ ਕੀਤੀ ਤੇ ਪਾਣੀ ਲਾਇਆ? ਉਹ ਕਹਿੰਦਾ ਮਾਤਾ ਪਾਣੀ ਦੀ ਮੈਂ ਨਹੀਂ ਲਾਇਆ, ਮੈਂ ਤਾਂ ਬਾਹਰ ਦੇ ਫੁੱਲਾਂ ਨੂੰ ਝਾੜਦਾ ਰਿਹਾ ਸਾਂ, ਇਹ ਇਸ ਤਰ੍ਹਾਂ ਹੀ ਖਿੜਿਆ ਰਹੇ। ਕਹਿੰਦੀ ਉਹ ਮੇਰੇ ਬੱਚਿਆ, ਬਾਹਰ ਦਾ ਖੇੜਾ ਅਨ ਦਿਸਦੀਆਂ ਜੜ੍ਹਾਂ ਕਰਕੇ ਆਉਂਦਾ ਹੈ, ਜਿਹੜੀਆਂ ਨਹੀਂ ਦਿਸਦੀਆਂ ਉਹਨਾਂ ਨੂੰ ਤਾਂ ਉਹਦੀ ਖੁਰਾਕ ਨਹੀਂ ਦਿੱਤੀ, ਪਾਣੀ ਨਹੀਂ ਦਿੱਤੇ। ਬਾਹਰ ਦੇ ਫੁੱਲ ਤੂੰ ਚਾਹਨਾ ਟਹਿਕਦੇ ਰਹਿਣ, ਚੇਤੇ ਰੱਖੀ ਬੱਚੇ, ਜਿਹਦੀ ਅਨ ਦਿਸਦੀ ਜੜ ਪਾਣੀ ਤੋਂ ਬਿਨਾਂ ਸੁੱਕ ਜਾਏ, ਉਹਦੇ ਰੁੱਖ ਦਾ ਉੱਪਰ ਵਾਲਾ ਪਰਿਵਾਰ, ਉਹਨਾਂ ਫੁੱਲਾਂ ਦੀਆਂ ਪੱਤੀਆਂ, ਫਲਾਦਾਰ ਰੁੱਖਾਂ ਦੇ ਫਲ ਜਿਨ੍ਹਾਂ ਦੀਆਂ ਜੜ੍ਹਾਂ ਸੁੱਕ ਜਾਣ, ਉਹਨਾਂ ਦੇ ਫੁੱਲ ਤੇ ਪੱਤੇ ਵੀ ਮੁਰਝਾ ਜਾਂਦੇ ਨੇ, ਤੂੰ ਉਹਨੂੰ ਤਾਂ ਪਾਣੀ ਦੇ ਜਿਹੜਾ ਅੰਨ ਦਿਸਦਾ ਹੈ। ਮੈਂ ਜਦੋਂ ਇੱਕ ਹੈ ਤਾਂ ਕਹਾਣੀ, ਪਰ ਸੱਚੀ ਇਹ ਹਾਲਤ ਹੈ ਜੀ ਇਨਸਾਨੀਅਤ ਦੀ। ਇਹ ਬਾਹਰੋਂ ਪੱਤੀਆਂ ਝਾੜ ਰਿਹਾ ਹੈ, ਜਿੱਥੋਂ ਸਾਨੂੰ ਖੇੜਾ ਮਿਲਣਾ ਹੈ, ਫੁੱਲਾਂ ਦਾ ਖੇੜਾ ਜੜ੍ਹਾਂ ਨਾਲ ਸੰਬੰਧਿਤ ਹੈ। ਠੀਕ ਹੈ, ਰੋਸ਼ਨੀ ਉਹਨੂੰ ਬਹੁਤ ਕੋਈ ਦਿੰਦੀ ਹੈ, ਪਰ ਜੇ ਜੜ ਹੀ ਨਹੀਂ ਤੇ ਫੁੱਲ ਪੈਦਾ ਹੋ ਜਾਊਗਾ, ਜੇ ਜੜ ਨਹੀਂ ਤਾਂ ਪੱਤੇ ਸੁਗੰਧੀ ਹੋ ਜਾਏਗੀ। ਉਹ ਪਿਆਰਿਓ, ਜਿੰਨੇ ਖੇੜਾ ਦੇਣਾ ਹੈ ਉਸ ਜੜ ਨੂੰ ਪਾਣੀ ਕੋਈ ਨਹੀਂ ਦਿੰਦਾ ਪਿਆ। ਬਾਹਰ ਦੀਆਂ ਗੱਲਾਂ ਸਾਰੀਆਂ ਹੁੰਦੀਆਂ ਨੇ, ਉਹ ਬਾਹਰ ਦੀਆਂ ਗੱਲਾਂ ਅਸੀਂ ਸੱਚ ਬਣਾਈ ਜਾਂਦੇ ਹਾਂ, ਝੂਠ ਹੈ ਸੱਚ ਹੈ। ਉਹ ਮਨ ਜੜ ਜੇ ਇਸ ਜੜ ਵਿੱਚ ਪਰਮਾਤਮਾ ਦਾ ਪ੍ਰੇਮ ਦਾ ਜਲ ਜਾਏਗਾ ਤੇ ਸੱਚੇ ਵੇ ਗੁਰੂ ਰਾਮਦਾਸ ਦੀ ਤਰ੍ਹਾਂ ਉਹਦੇ ਨੇਤਰਾਂ ਵਿੱਚੋਂ ਵੀ ਨਾਮ ਅੰਮ੍ਰਿਤ ਜ਼ਰੂਰ ਨਿਕਲੇਗਾ। ਇੱਥੇ ਮਹਾਰਾਜ ਕਹਿੰਦੇ ਨੇ ਮੇਰਾ ਮਨ ਰੱਤਾ ਹੈ, ਮਨ ਰੱਤਾ ਹੈ ਤੇ ਅੱਖਾਂ 'ਚ ਨੀਰ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਜੇ ਇਹ ਕਹੀ ਜੀ ਅੱਖਾਂ 'ਚ ਪਾਣੀ ਆ ਜਾਏ, ਇਸ ਤਰ੍ਹਾਂ ਨਹੀਂ ਹੋ ਸਕਣਾ। ਨਾਮ ਅੰਮ੍ਰਿਤ ਤਾਂ ਜੇ ਮਨ ਰੱਤਾ ਗਿਆ ਹੈ। ਇਸੇ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਵੀ ਕਿਹਾ। ਚਲੋ ਕਹਾਣੀ ਅਸੀਂ ਇੱਕ ਲੈ ਲਈ, ਮਨ ਅਦ੍ਰਿਸ਼ਟ ਹੈ, ਨਹੀਂ ਦਿਸਦਾ, ਇਹੀ ਤਾਂ ਬੋਡੀ ਉੱਤੇ ਪੂਰਾ ਅਸਰ ਕਰੀ ਬੈਠਾ ਹੈ। ਧੰਨ ਗੁਰੂ ਰਾਮਦਾਸ ਨੇ ਪਤੇ ਦੀ ਗੱਲ ਹੀ ਪਹਿਲੀ ਤੁਕ 'ਚ ਕਹਿ ਦਿੱਤੀ। ਕਹਿੰਦੇ ਨੇ ਇਹਨੂੰ ਦੰਭ ਨਾ ਸਮਝੋ,
ਇਹ ਅੱਖਾਂ ਦਾ ਅੰਮ੍ਰਿਤ ਜਲ ਨਾਮ ਚ ਤਾਂ ਭਿੱਜੀਆਂ ਨੇ ਕਿਉਂਕਿ ਮਨ ਪ੍ਰੇਮ ਚ ਭਿੱਜਾ ਹੈ। ਜਿਹਦੇ ਪ੍ਰੇਮ ਚ ਭਿੱਜਾ ਹੈ ਉਹਦੇ ਪ੍ਰੇਮ ਕਰਕੇ ਤਾਂ ਅੱਖਾਂ ਚੋਂ ਨੀਰ ਨਿਕਲਦਾ ਪਿਆ ਹੈ। ਸਤਿਗੁਰੂ ਦਾ ਇੱਕ ਬਚਨ ਹੈ ਕਿ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ। ਪਹਿਲਾਂ ਜੜ ਅੰਦਰ ਹੋਵੇਗੀ, ਦਿਸਦਾ ਨਹੀਂ। ਜਿਹੜਾ ਕਮਾਇਆ ਜਾਂਦਾ ਜੀਵਨ ਨੂੰ ਕਿੰਨਾ ਕੁ ਦਿਖਾਇਆ ਜਾਂਦਾ, ਤੇ ਜਿਹੜੇ ਦਿਖਾਉਂਦੇ ਨੇ ਪਿਆਰਿਓ ਆਤਮਿਕ ਜੀਵਨ ਦਿਖਾਉਣ ਲਈ ਨਹੀਂ ਹੁੰਦਾ, ਲੋਕਾਂ ਦੀ ਮੋਹਰ ਲਵਾਉਣ ਲਈ ਨਹੀਂ ਹੁੰਦਾ। ਇਹ ਤਾਂ ਆਪਣੇ ਪ੍ਰੀਤਮ ਨੂੰ ਰਿਝਾਉਣ ਲਈ ਹੈ। ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਹੈ ਪਿਆਰਿਓ, ਮੈਂ ਥੋੜਾ ਜਿਹਾ ਲਫ਼ਜ਼ ਕਹਿ ਦਿਆਂ, ਇੱਕ ਗਲਤ ਨਾ ਸਮਝਿਓ। ਇੱਕ ਸੁਹਾਗਣ ਪਤੀ ਦੀ ਸੇਜ ਦਾ ਵਸਲ ਮਿਲਾਪ ਹਾਸਲ ਕਰਦੀ ਏ ਪਿਆਰਿਓ, ਉਹ ਸਿਰਫ ਇੱਕ ਪਤੀ ਤੇ ਪਤਨੀ ਦੇ ਵਿੱਚ ਹੀ ਰਿਸ਼ਤਾ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਕਬੀਰ ਸਾਹਿਬ ਇੱਥੋਂ ਤੱਕ ਮਹਾਰਾਜ ਕਹਿੰਦੇ ਕਿ ਇਤੀ ਮੰਝ ਨਾ ਸਮਾਵੀ ਜੇ ਗਲ ਪਹਿਰਾ ਹਾਰ। ਗਲ 'ਚ ਹਾਰ ਪਾਇਆ ਹੋਵੇ ਤੇ ਮਿਲਾਪ ਵਿੱਚ ਹਾਰ ਵੀ ਜਿਹੜਾ ਹੈ ਉਹ ਬੇਰਸੀ ਕਰਦਾ ਹੈ। ਪਰਮਾਤਮਾ ਕਰਮ ਕਾਂਡਾਂ ਦੇ ਹਾਰ ਲੋਕੀ ਪਾਈ ਫਿਰਦੇ ਆ, ਤੇਰੇ ਨਾਲ ਮਿਲਾਪ ਕਿੱਥੇ ਹੋਣਾ ਹੈ, ਫੋਕਟ ਕਰਮ ਕਾਂਡਾਂ ਦੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਿਹਦਾ ਮਨ ਰਤਿਆ ਜਾਏ, ਪ੍ਰੇਮ ਵਿੱਚ ਮਨ ਰਤਾ ਗਿਆ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਇਹ ਗੱਲ ਹੋਰ, ਜਦੋਂ ਨਾਮ ਕੋਈ ਜਪਦਾ ਹੈ, ਜਿੰਨਾ ਅੰਦਰ ਸ਼ੁੱਧ ਹੋ ਜਾਏਗਾ ਨਾ ਜੀ, ਜਿੰਨਾ ਅੰਦਰ ਸ਼ੁੱਧ ਹੋਵੇਗਾ ਉਹਨੇ ਇੰਦਰੇ ਸ਼ੁੱਧ ਹੋ ਜਾਣਗੇ। ਉਹ ਭਾਵੇਂ ਮਿੱਟੀ 'ਚ ਤੁਰਿਆ ਫਿਰੇ ਤਾਂ ਵੀ ਸ਼ੁੱਧ ਹੈ, ਤੇ ਜੇ ਅੰਦਰ ਮੈਲ ਹੈ ਤੇ ਯਾਦ ਰੱਖਿਓ ਜਿੰਨਾ ਬਾਹਰੋਂ ਮਰਜ਼ੀ ਨਿਰਮਲ ਹੋ ਜਾਏ ਉਹ ਸਵੀਕਾਰ ਨਹੀਂ। ਮਸਕੀਨ ਸਾਹਿਬ ਦੀ ਇਹ ਗੱਲ ਮੈਨੂੰ ਬੜੀ ਚੰਗੀ ਲੱਗਦੀ ਏ। ਮੈਨੂੰ ਯਾਦ ਹੈ ਅਸੀਂ ਅਮਰੀਕਾ ਸੀ, ਸੈਨ ਫਰਾਂਸਿਸਕੋ, ਉਹਨਾਂ ਕਥਾ ਕੀਤੀ ਤੇ ਮੇਰੀ ਇੱਛਾ ਹੁੰਦਾ ਸੀ ਮੈਂ ਰੋਜ਼ ਸਾਹਮਣੇ ਬੈਠ ਕੇ ਸੁਣਦਾ ਸਾਂ। ਉਹਨਾਂ ਦੀ ਗੱਲ ਏਡੀ ਪਿਆਰੀ ਲੱਗੀ। ਕਹਿੰਦੇ ਆ ਕਿ ਜਿਹੜਾ ਬੰਦਾ ਨਾਮ ਅੰਮ੍ਰਿਤ 'ਚ ਭਿੱਜਾ ਹੈ ਉਹਦੀਆਂ ਅੱਖਾਂ 'ਚ ਇੰਨੀ ਰੂਹਾਨੀਅਤ ਦੀ ਖਿੱਚ ਹੁੰਦੀ ਹੈ, ਉਹ ਵੇਸ਼ਵਾ ਵੱਲ ਵੀ ਤੱਕੇ ਤੇ ਉਹਨੂੰ ਦੇਵੀ ਬਣਾ ਦਿੰਦਾ ਹੈ। ਜਿਸ ਬੰਦੇ ਦਾ ਅੰਦਰ ਵਿਚਾਰੀ ਹੈ ਉਹਦੀਆਂ ਅੱਖਾਂ 'ਚ ਇੰਨਾ ਪਾਪ ਹੁੰਦਾ ਹੈ, ਉਹ ਦੇਵੀ ਵੱਲ ਦੇਖੇ ਤੇ ਉਹਨੂੰ ਵੇਸ਼ਵਾ ਬਣਾ ਜਾਂਦਾ ਹੈ। ਸ਼ਬਦ ਧਿਆਨ ਨਾਲ ਸੁਣਿਓ ਇਸ ਮੇਰੇ ਸ਼ਬਦਾਂ ਨੂੰ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਮਨ ਰਤਿਆ ਗਿਆ। ਤੇ ਇੱਕ ਅਵਸਥਾ ਹੋਰ ਵੀ ਹੈ, ਉੱਥੇ ਜਦੋਂ ਅੱਖਾਂ ਭਿੱਜ ਗਈਆਂ, ਮੈਂ ਤਾਂ ਕਿਹਾ ਮੈਂ ਸਿਰਫ ਬਾਣੀ 'ਚੋਂ ਕਹਿ ਰਿਹਾ ਗੁਰਮੁਖੋ, ਮੈਂ ਸੱਚ ਕਹਿਣਾ, ਇਹ ਵਿਖਾਵੇ ਦੀ ਨਿਮਰਤਾ ਨਹੀਂ। ਇਹ ਧੰਨ ਗੁਰੂ ਰਾਮਦਾਸ ਕੇਵਲ ਤੂੰ ਹੈ ਜਿਹਦੀ ਅਵਸਥਾ ਹੈ, ਤਾਂ ਸਿਰਫ ਬੋਲਣ ਵਾਲੇ। ਹਾਂ ਤੂੰ ਜੇ ਬਖਸ਼ਿਸ਼ ਕਰ ਦੇਂਗਾ ਨਾ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਇੱਕ ਬਚਨ ਹੋਰ ਹੈ, ਅੱਖੀ ਪ੍ਰੇਮ ਕਸਾਈਆਂ ਜੋ ਬਿਲਕ ਮਸਾਈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਿਲਾਵਰ ਰਾਗ ਸ਼ਬਦ ਹੈ। ਅੱਖੀ ਪ੍ਰੇਮ ਕਸਾਈਆਂ ਜੋ ਬਿਲਕ ਮਸਾਈ। ਮਹਾਰਾਜ ਕਹਿੰਦੇ ਨੇ ਕਿ ਅੱਖਾਂ ਇਸ ਤਰ੍ਹਾਂ ਖਿੱਚੀਆਂ ਗਈਆਂ, ਇਸ ਤਰ੍ਹਾਂ ਟਿਕ ਟਿਕੀ ਲੱਗ ਗਈ। ਕਿਵੇਂ ਜੀ? ਕਹਿਣ ਲੱਗੇ ਜਿਵੇਂ ਇੱਕ ਬਿੱਲੀ ਜਾਂ ਬਿੱਲਾ ਇਕਾਗਰਤਾ ਨਾਲ ਚੂਹੇ ਨੂੰ, ਮੂਸੇ ਨੂੰ, ਕਦੀ ਬਿੱਲੀ ਨੂੰ ਦੇਖੋ, ਐ ਉਹਦੀਆਂ ਅੱਖਾਂ ਪੂਰੀਆਂ ਟਿਕੀਆਂ ਨੇ, ਜਿੱਥੋਂ ਨਿਕਲਣਾ ਚੂਹੇ ਨੇ। ਮਹਾਰਾਜ ਕਹਿੰਦੇ ਸਾਡੀਆਂ ਅੱਖਾਂ ਤਾਂ ਵਾਹਿਗੁਰੂ ਖੱਬੇ ਸੱਜੇ ਪਤਾ ਹੀ ਕੋਈ ਨਹੀਂ ਲੱਗਦਾ, ਜਿਵੇਂ ਬਿੱਲੀ ਦੀਆਂ ਅੱਖਾਂ ਚੂਹੇ ਵੱਲ ਪੂਰਨ ਤੌਰ ਤੇ ਖਿੱਚੀਆਂ ਗਈਆਂ। ਸਾਡੇ ਨੇਤਰ ਤਾਂ ਤੇਰੇ ਦੀਦਾਰ ਦੇ ਵਿੱਚ ਹੀ ਖਿੱਚੇ ਪਏ ਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਇਸ ਸੰਬੰਧੀ ਇੱਕ ਹੋਰ ਬਚਨ ਹੁੰਦਾ ਹੈ ਕਿ ਲੋਇਣ ਰਤੇ ਲੋਇਣੀ। ਇਹ ਵੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਹੈ, ਲੋਇਣ ਰਤੇ ਲੋਇਣੀ। ਪਰ ਇੱਥੇ ਮੈਂ ਇਹ ਪ੍ਰਮਾਣ ਨਹੀਂ ਲੈ ਕਿ ਮੇਰੀਆਂ ਅੱਖਾਂ 'ਚੋਂ ਨੀਰ ਵਹਿ ਰਿਹਾ। ਆਪ ਸੋਚਦੇ ਹੋਗੇ ਪਰ ਮੈਂ ਨੀਰ ਵਹਿ ਚੱਲੇ ਜੀਓ, ਕਿਉਂਕਿ ਇਹ ਅਵਸਥਾ ਨੀਰ ਨਾਲੋਂ ਵੱਖਰੀ ਹੈ। ਉੱਥੇ ਸ਼ਬਦ ਨੀਰ ਹੈ, ਅਜੇ ਉਹ ਵਿਛੋੜੇ ਦਾ ਨੀਰ ਹੈ। ਮੈਂ ਤਾਂ ਉਹ ਪ੍ਰਮਾਣ ਨਹੀਂ ਲੈ ਕਿਉਂਕਿ ਉੱਥੇ ਅਜੇ ਵਸਲ ਨਹੀਂ, ਬਿਰਹਨੀ ਦੀ ਅਵਸਥਾ ਹੈ, ਵਿਰਾਗ ਦੀ ਅਵਸਥਾ ਹੈ, ਅਜੇ ਮਿਲਿਆ ਨਹੀਂ। ਸਿਰਫ ਅੱਖਾਂ 'ਚੋਂ ਪਾਣੀ ਨਿਕਲਦਾ ਹੈ। ਇਹ ਪਾਣੀ ਨਹੀਂ ਨਿਕਲਦਾ, ਇਹ ਮਿਲਾਪ ਦੀ ਅਵਸਥਾ ਹੈ, ਇਹਦੇ ਵਿੱਚੋਂ ਅੰਮ੍ਰਿਤ ਨਿਕਲਦਾ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ। ਮਹਾਰਾਜ ਕਹਿੰਦੇ ਲੋਇਣ ਰਤੇ ਲੋਇਣੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਹਿਬੂਬ ਦੇ ਅੱਖਾਂ ਵਿੱਚ ਮੇਰੀਆਂ ਅੱਖਾਂ ਰਤੀਆਂ ਗਈਆਂ।
ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ, ਕੰਨਾਂ ਵਿੱਚ ਤੇਰੇ ਨਾਮ ਨੂੰ ਸੁਣਦੀ ਸੁਰਤ, ਅੰਦਰ ਨਾਦ ਸੁਣਦਾ ਪਿਆ ਹਾਂ। ਜੀਵ ਰਸਾਇਣ ਚੂਨੜੀ, ਜਿਹੜੀ ਜੀਭ ਹੈ ਤੇਰੇ ਨਾਮ ਰਸ ਨੂੰ ਚੁੰਗਦੀ ਪਈ ਹੈ। ਰੱਤੀ ਲਾਂ ਲਵਾਏ, ਤੇ ਮੇਰੀ ਜੀਭ ਜਪ ਜਪ ਕੇ ਬੋਲ ਬੋਲ ਕੇ ਤੇਰੇ ਨਾਮ ਦੇ ਵਿੱਚ ਰੱਤੀ ਗਈ। ਗੁਰੂ ਰਾਮਦਾਸ ਕਹਿੰਦੇ ਨੇ ਭਾਈ ਇਹ ਗੱਲ ਯਾਦ ਰੱਖਿਓ, ਸਾਡਾ ਮਨ, ਫਿਰ ਮੈਂ ਅਰਥ ਕਰ ਲੱਗਾ, ਹਰ ਅੰਮ੍ਰਿਤ ਭਿੰਨੇ ਲੋਇਣਾ, ਸਾਡੇ ਨੇਤਰ ਨਾਮ ਅੰਮ੍ਰਿਤ ਨਾਲ ਭਿੱਜ ਗਏ। ਕਿਉਂ ਭਿੱਜੇ? ਮਨ ਪ੍ਰੇਮ ਰਤਨਾ ਰਾਮ ਰਾਜੇ। ਰਤਨਾ ਦਾ ਅਰਥ ਕੀਤਾ ਰੱਤਾ ਗਿਆ, ਰੰਗਿਆ ਗਿਆ। ਸਾਡਾ ਮਨ ਜਿਹੜਾ ਹੈ ਉਹ ਪਿਆਰੇ ਪ੍ਰਭੂ ਦੇ ਪ੍ਰੇਮ ਵਿੱਚ ਰੱਤਾ ਹੈ। ਉਹ ਰੱਤਾ ਹੈ ਤੇ ਤਾਂ ਅੱਖਾਂ ਭਿੱਜੀਆਂ ਨੇ। ਅਗਲਾ ਬਚਨ, ਮਨ ਰਾਮ ਕਸਵੱਟੀ ਲਾਇਆ। ਕੱਲ ਮੈਂ ਕਸਵੱਟੀ ਦੇ ਅਰਥ ਆਪ ਨਾਲ ਕੀਤੇ ਸਨ। ਇੱਥੇ ਰਾਮ ਦੇ ਮੰਮੇ ਨੂੰ ਸਿਹਾਰੀ ਰਾਮ ਨੇ, ਪ੍ਰਭੂ ਨੇ, ਪਰਮੇਸ਼ਵਰ ਨੇ। ਮਨ ਰਾਮ ਕਸਵੱਟੀ ਲਾਇਆ। ਸਤਿਗੁਰੂ ਕਹਿੰਦੇ ਨੇ ਐਵੇਂ ਨਹੀਂ ਇਹ ਨਾਮ ਅੰਮ੍ਰਿਤ ਆ ਗਿਆ। ਮੇਰੇ ਪਿਆਰੇ ਵਾਹਿਗੁਰੂ ਜੀ ਨੇ, ਮੇਰੇ ਪਰਮੇਸ਼ਵਰ ਨੇ ਜਿਹੜਾ ਸਾਡਾ ਮਨ ਹੈ ਇਹਨੂੰ ਪ੍ਰੇਮ ਦੀ ਕਸੌਟੀ ਤੇ ਲਾਇਆ ਹੈ। ਕੱਲ ਅਰਜ਼ ਕੀਤੀ ਸੀ, ਸੋਨਾ ਘਸਾ ਕੇ ਦੇਖਦੇ ਆ ਕਾਲੇ ਪੱਥਰ ਤੇ, ਕਸਵੱਟੀ ਕਸੌਟੀ ਕਹਿੰਦੇ ਉੱਥੇ ਲਾ ਕੇ ਉਹਨੇ ਘਸਾ ਕੇ ਦੇਖਿਆ ਇਹ ਸ਼ੁੱਧ ਹੈ ਕਿ ਇਹ ਮਿਲ ਵਿੱਚ ਇਹਦੇ ਮੈਲ ਹੈ, ਇਹ ਸ਼ੁੱਧ ਹੈ ਕਿ ਨਹੀਂ। ਮਹਾਰਾਜ ਕਹਿੰਦੇ ਪਿਆਰੇ ਪ੍ਰਭੂ ਨੇ ਸਾਡੇ ਮਨ ਨੂੰ ਪ੍ਰੇਮ ਦੀ ਕਸੌਟੀ ਦੇ ਉੱਤੇ ਚੰਗੀ ਤਰ੍ਹਾਂ ਕਸਾਇਆ ਹੈ। ਉਹਨੇ ਚੰਗੀ ਤਰ੍ਹਾਂ ਪਰਖਿਆ ਹੈ। ਇਹ ਐਵੇਂ ਨਹੀਂ, ਪਖੰਡ ਨਹੀਂ। ਗੁਰੂ ਰਾਮਦਾਸ ਕਹਿੰਦੇ ਮਨ ਰਾਮ ਕਸਵੱਟੀ ਲਾਇਆ, ਉਹਨੇ ਕਸਵੱਟੀ ਤੇ ਲਾਇਆ ਕੰਚਨ ਸੋਵਿੰਨਾ। ਕੰਚਨ ਦਾ ਅਰਥ ਸੋਨਾ, ਸੋਵਿੰਨਾ ਦਾ ਅਰਥ 100 ਵੰਨੀਆਂ ਵਾਲਾ ਵੀ ਕਹਿੰਦੇ ਆ। ਕੁਝ ਮੈਂ ਅਰਜ਼ ਕੀਤੀ ਕਿਹਾ 12 ਵੰਨੀਆਂ ਵਾਲਾ। ਇਹਦਾ ਅਰਥ ਕੁਝ ਕਹਿੰਦੇ ਆ ਜਿਹਨੂੰ 100 ਤਾਂ ਦੇ ਕੇ ਸ਼ੁੱਧ ਕੀਤਾ, ਬਿਲਕੁਲ ਪਿਓਰ, ਜਿਸ 'ਚ ਕੋਈ ਮੈਲ ਨਹੀਂ। ਮਹਾਰਾਜ ਕਹਿੰਦੇ ਪ੍ਰਭੂ ਨੇ ਪ੍ਰੇਮ ਦੀ ਕਸਵੱਟੀ ਤੇ ਲਾ ਕੇ ਸਾਡੇ ਮਨ ਨੂੰ ਪਰਖਿਆ। ਪਰ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਸ਼ੁੱਧ ਕਰ ਦਿੱਤਾ ਕਿ ਗੁਰਮੁਖੋ ਜਿਵੇਂ 12 ਵੰਨੀਆਂ ਦਾ ਸੋਨਾ ਇਸ ਤਰ੍ਹਾਂ ਪਰ ਮਨ 'ਚ ਆਵੇਗਾ ਜੀ ਇਹ ਮਹਾਰਾਜ ਕਿਤੇ ਇਹ ਤਾਂ ਨਿਮਰਤਾ 'ਚ ਕਹਿਣੇ ਚਾਹੀਦੇ ਬਚਨ। ਅੱਗੇ ਸਤਿਗੁਰੂ ਇਸ ਗੱਲ ਨੂੰ ਵੀ ਬਖਸ਼ਿਸ਼ ਕਰਨਗੇ ਕਿ ਕਸੌਟੀ ਤੇ ਝੂਠਾ ਨਹੀਂ ਟੁਕਦਾ ਪਿਆਰਿਓ। ਨਕਲੀ ਮਿਲਾਵਟ ਵਾਲਾ ਕਦੀ ਕਸੌਟੀ ਤੇ ਟਿਕ ਜਾਊਗਾ? ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਰਾਮ ਪਰਮੇਸ਼ਵਰ ਦੀ ਜਿਹੜੀ ਕਸੌਟੀ ਹੈ ਉਹਦੇ ਉੱਤੇ ਕਦੀ ਝੂਠਾ ਨਹੀਂ ਟਿਕਦਾ ਹੁੰਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮੁਰਜੀਵਾ ਹੋਏ। ਉਹਦੀ ਕਸਵੱਟੀ ਤੇ ਉਹੀ ਪੂਰਾ ਉਤਰਦਾ ਜਿਹੜਾ ਮਰਜੀਵੜਾ ਹੈ। ਮਹਾਰਾਜ ਕਹਿੰਦੇ ਨੇ ਸਾਨੂੰ ਕਸੌਟੀ ਤੇ ਲਾ ਕੇ ਦੇਖਿਆ, ਪਰਖਿਆ ਹਰ ਪੱਖ ਤੋਂ। ਫਿਰ ਕੀ ਹੋਇਆ ਜੀ? ਗੁਰਮੁਖ ਰੰਗ ਚਲੂਲਿਆ। ਚਲੂਲਿਆ ਅਰਥ ਗੂੜਾ ਰੰਗ। ਇੱਥੇ ਗੁਰਮੁਖ, ਗੁਰੂ ਜੀ ਨੇ ਮਿਹਰ ਕੀਤੀ। ਇਹ ਨਹੀਂ ਕਹਿ ਸਾਡੀ ਕਮਾਈ, ਇਹ ਕਹਿ ਵੀ ਮੇਰੇ ਅੰਮ੍ਰਿਤ ਭੀਜੇ ਲੋਇਨ ਨੇ। ਇਹ ਕਹਿ ਮੇਰਾ ਮਨ ਪ੍ਰੇਮ 'ਚ ਰੱਤਾ ਹੈ। ਇਹ ਵੀ ਕਹਿ ਵੀ ਸਾਡਾ ਮਨ ਕਸੌਟੀ ਤੇ ਲਾਇਆ ਤੇ ਬਿਲਕੁਲ ਪਿਓਰ ਹੈ। ਤੇ ਅੱਗੇ ਨਾਲ ਹੀ ਕਹਿ ਦਿੱਤਾ ਵੀ ਸਾਡੀ ਕਮਾਈ ਨਹੀਂ। ਗੁਰਮੁਖ, ਇੱਥੇ ਗੁਰਮੁਖ ਦਾ ਅਰਥ ਹੈ ਗੁਰੂ ਜੀ, ਸਤਿਗੁਰੂ ਜੀ। ਹੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਗੁਰਮੁਖ ਰੰਗ ਚਲੂਲਿਆ, ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਸਾਡੀ ਕਮਾਈ ਨਹੀਂ। ਜੇ ਰੱਤੇ ਗਏ ਉਹਦੀ ਕਿਰਪਾ ਨਾਲ, ਜੇ ਅੰਦਰ ਅੰਮ੍ਰਿਤ ਨਾਲ ਭਿੱਜੇ ਉਹਦੀ ਕਿਰਪਾ ਨਾਲ, ਜੇ ਕਸੌਟੀ ਚੋਂ ਨਿਕਲੇ ਤਾਂ ਵੀ ਉਹਦੀ ਕਿਰਪਾ ਨਾਲ। ਗੁਰਮੁਖ ਰੰਗ ਚਲੂਲਿਆ, ਗੁਰੂ ਨੇ ਸਾਨੂੰ ਨਾਮ ਰੰਗ ਦੇ ਵਿੱਚ ਚਲੂਲਿਆ ਦਾ ਅਰਥ ਚੰਗੀ ਤਰ੍ਹਾਂ ਗੂੜੇ ਰੰਗ ਵਿੱਚ ਰੰਗ ਦਿੱਤਾ। ਅੱਗੇ ਮਹਾਰਾਜ ਕਹਿੰਦੇ ਨੇ ਮੇਰਾ ਮਨ ਤਨੋਂ ਭਿੰਨਾ। ਗੁਰੂ ਰਾਮਦਾਸ ਕਹਿੰਦੇ ਮੇਰਾ ਮਨ ਵੀ ਤੇ ਤਨ ਵੀ ਪੂਰਨ ਤੌਰ ਤੇ ਭਿੱਜ ਗਿਆ ਹੈ। ਗੁਰਮੁਖ ਹੋਏ ਦੋ ਵਾਰੀ ਸ਼ਬਦ ਆ ਗਿਆ, ਇੱਕ ਭਿੰਨਾ ਹੈ, ਅੱਗੇ ਪਹਿਲਾਂ ਭਿੰਨੇ ਆਇਆ ਸੀ, ਭਿੱਜੇ ਹੋਏ। ਵੇਖੋ ਸਾਰੇ ਭਿੱਜਦੇ ਨਹੀਂ ਹੁੰਦੇ। ਕੁਝ ਕੱਪੜੇ ਐਸੇ ਹੁੰਦੇ ਆ ਜਿਨ੍ਹਾਂ ਤੇ ਚਾਰਕ ਪਾਣੀ ਦੀਆਂ ਆ ਬਾਹਰ ਨਿਕਲੀਏ ਨਾ, ਸੂਤੀ ਕੱਪੜੇ ਪਾਏ ਹੋਣ ਜਾਂ ਆਮ ਕੱਪੜੇ ਪਾਏ ਹੋਣ, ਬਾਰਿਸ਼ ਪੈਣ ਦੀ ਦੇਰ ਹੈ, ਤੰਦ ਦੇ ਵਿੱਚ ਸਾਰੇ ਕੱਪੜੇ ਭਿੱਜ ਜਾਂਦੇ ਨੇ, ਨੁੱਚੜ ਜਾਂਦਾ ਪਿੰਡਾ ਵੀ, ਕੱਪੜੇ ਵੀ ਭਿੱਜ ਗਿਆ, ਤਨ ਵੀ ਭਿੱਜ ਗਿਆ, ਸੀਸ ਵੀ ਭਿੱਜ ਗਿਆ। ਕੁਝ ਕੱਪੜੇ ਅੱਜ ਕੱਲ੍ਹ ਮਿਲਦੇ ਨੇ ਵਾਟਰਪ੍ਰੂਫ, ਜਿਹੜਾ ਜਿੰਨਾ ਮਰਜ਼ੀ ਮੀਂਹ ਪਈ ਜਾਏ ਤੇ ਉਹਨੂੰ ਪਾਈ ਰੱਖੋ, ਉਹ ਭਿੱਜਦੇ ਹੀ ਕੋਈ ਨਹੀਂ। ਬਸ ਇਹ ਬਾਬਾ ਧਰਮ ਦੀ ਦੁਨੀਆ ਵਿੱਚ ਵੀ ਦੋ ਨੇ, ਇੱਕ ਵਾਟਰਪ੍ਰੂਫ ਨੇ
ਜਿਨ੍ਹਾਂ ਤੇ ਜਿੰਨਾ ਮਰਜੀ ਪਈ ਜਾਏ ਉਪਦੇਸ਼ ਕਰੀ ਜੋ, ਕੀਰਤਨ ਕਰੀ ਜੋ, ਅੰਧੇ ਏਕ ਨ ਲਾਗੀ ਜੋ, ਬਾਸ ਵਜਾਈਏ ਫੂਕ। ਇੱਥੇ ਉਹ ਭਿੱਜੇ ਨੇ ਜਿਨ੍ਹਾਂ ਵਿੱਚ ਜਜ਼ਬ ਕਰਨ ਦੀ ਤਾਕਤ ਹੈ। ਵਾਟਰਪ੍ਰੂਫ ਜਿਹੜਾ ਹੈ ਉਹਨੇ ਕੀ ਭਿੱਜਣਾ ਹੈ ਜੀ? ਹਾਂ, ਪਿਆ ਜ਼ਰੂਰ ਹੈ, ਪਿਆ ਤੇ ਤਿਲਕ ਗਿਆ। ਇੱਥੇ ਗੁਰੂ ਜੀ ਕਹਿੰਦੇ ਨੇ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ। ਫਿਰ ਸ਼ਬਦ ਵਰਤਿਆ, ਮੈਂ ਅੱਗੇ ਕਿਹਾ ਨੇਤਰ ਤਨ ਦਾ ਹਿੱਸਾ ਨੇ, ਮਨ ਰਤਨਾ ਹੈ ਤਾਂ ਨੇਤਰ ਭਿੱਜੇ। ਇੱਥੇ ਗੁਰੂ ਜੀ ਕਹਿੰਦੇ ਨੇ ਮੇਰਾ ਮਨ ਤਨੋਂ ਭਿੱਜਾ, ਭਿੰਨਾ, ਮੇਰਾ ਮਨ ਤੇ ਤਨ ਦੋਨੋਂ ਭਿੱਜ ਗਏ। ਅਖੀਰ ਤੇ ਕਹਿੰਦੇ ਨੇ ਜਨ ਨਾਨਕ ਮੁਸਕ ਚਕੋਲਿਆ, ਚਕੋਲਿਆ ਮੁਸਕਦਰ ਤੇ ਸੁਗੰਧੀ ਕਸਤੂਰੀ, ਦਾਸ ਨਾਨਕ, ਜਨ ਨਾਨਕ, ਦਾਸ ਨਾਨਕ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਨ ਨਾਨਕ ਮੁਸਕ ਚਕੋਲਿਆ। ਵੈਸੇ ਚਕੋਲਿਆ ਸ਼ਬਦ ਵਰਤਨਿਆ ਖਿਲਾਣਾ, ਇੱਥੇ ਮਹਾਰਾਜ ਕਹਿੰਦੇ ਆ ਕਿ ਦਾਸ ਨਾਨਕ ਪਾਰ ਬ੍ਰਹਮ ਪਰਮੇਸ਼ਵਰ ਨੇ, ਗੁਰੂ ਨੇ ਮਿਹਰ ਕੀਤੀ, ਸਾਡੇ ਅੰਦਰ ਦਾ ਚੋਲਾ ਜਿਹੜਾ ਹੈ ਉਹ ਨਾਮ ਦੀ ਸੁਗੰਧੀ ਦੇ ਵਿੱਚ ਘੋਲ ਦਿੱਤਾ। ਇਹਨੂੰ ਅਰਥ ਡੋਬ ਦਿੱਤਾ ਕਰਾਂਗੇ, ਸੌਖਾ ਰਹੇਗਾ। ਡੋਬਣਾ, ਸਾਡੇ ਕਹਿੰਦੇ ਨੇ ਬਜ਼ੁਰਗ ਮਾਤਾਵਾਂ ਘਰਾਂ 'ਚ ਕਹਿੰਦੀਆਂ ਨੇ ਮੈਂ ਕੱਪੜੇ ਝੰਗੋਲਣ ਲੱਗੀ। ਇੱਥੇ ਮਹਾਰਾਜ ਕਹਿੰਦੇ ਨੇ ਜਨ ਨਾਨਕ ਮੁਸਕ ਚਕੋਲਿਆ। ਮੈਂ ਅਰਜ਼ ਕੀਤੀ ਜੀ ਕੱਕੇ ਨਾਲੇ ਘੱਗੇ ਨਾਲ ਨਹੀਂ, ਉੱਥੇ ਡੋਬ ਦਿੱਤਾ। ਤੇ ਕੀ ਹੋਇਆ? ਸਭ ਜਨਮ ਧਨ ਧੰਨਾ। ਪਹਿਲਾ ਧਨ ਜਿਹੜਾ ਉਹ ਟਿੱਪੀ ਤੋਂ ਬਿਨਾ ਹੈ ਤੇ ਧੰਨਾ ਉਹਦੇ ਉੱਤੇ ਟਿੱਪੀ ਹੈ। ਮਹਾਰਾਜ ਕਹਿੰਦੇ ਸਭ ਜਨਮ ਧਨ ਧੰਨਾ, ਸਾਡਾ ਸਾਰਾ ਜਨਮ ਸਫਲ ਹੋ ਗਿਆ, ਧੰਤਾ ਯੋਗ ਹੋ ਗਿਆ ਜਦੋਂ ਗੁਰੂ ਨੇ ਅੰਦਰ ਨਾਮ ਦੀ ਸੁਗੰਧੀ ਘੋਲ ਦਿੱਤੀ। ਸਾਡਾ ਮਨ ਉਹਦੇ ਸੱਚੀ ਮੁੱਚੀ ਚੰਗੀ ਤਰ੍ਹਾਂ ਡੋਬ ਦਿੱਤਾ। ਮੈਂ ਬੇਨਤੀ ਕਰਾਂ, ਨਾਮ ਰਸ ਵੀ ਹੈ, ਨਾਮ ਰੋਸ਼ਨੀ ਵੀ ਹੈ, ਨਾਮ ਜੋਤ ਵੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਮ ਸੁਗੰਧੀ ਵੀ ਹੈ। ਬਸ ਇਹੀ ਕਹਿ ਕੇ ਮੈਂ ਸਮਾਪਤੀ ਕਰਾਂਗਾ, ਕਿਉਂਕਿ ਇਸ ਅੰਮ੍ਰਿਤ ਬਚਨ 'ਚ ਗੁਰੂ ਰਾਮਦਾਸ ਦਾ ਉਹ ਅੰਦਰ ਆਪਾ ਹੈ। ਸਤਿਗੁਰੂ ਕਹਿੰਦੇ ਨੇ ਅੰਦਰ ਨਾਮ ਦੀ ਸੁਗੰਧੀ ਭਰਪੂਰ ਹੋ ਗਈ। ਇੱਕ ਬਾਣੀ 'ਚ ਬਚਨ ਹੁੰਦਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ। ਕਹਿੰਦੇ ਨੇ ਕੁੰਗੂ ਵਰਗੀ ਕਾਇਆ ਹੋ ਗਈ ਤੇ ਜਿਹੜਾ ਬੰਦਗੀ ਕਰਦਾ ਉਹਦੇ ਸਵਾਸਾਂ ਵਿੱਚੋਂ ਨਾਮ ਦੀ ਸੁਗੰਧੀ ਆਉਂਦੀ ਹੈ, ਨਾਮ ਦੀ ਸੁਗੰਧੀ ਹੈ। ਅਗਰ ਵਾਸ ਤਨ ਸਾਸ ਅਠਸਰ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ। ਪਿਆਰਿਓ ਉਹਦੇ ਕੋਲ ਖੇੜਾ ਹੈ, ਉਹਦੇ ਬੱਥੇ ਉੱਤੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ ਉਹਦੇ ਕੋਲ, ਜਿਹਦੇ ਅੰਦਰ ਨਾਮ ਦੀ ਸੁਗੰਧੀ ਹੋ ਗਈ। ਪਿਆਰਿਓ ਸੱਚ ਹੈ, ਜਿਹੜਾ ਨਾਮ ਨਹੀਂ ਜਪਦਾ ਉਹਦੇ ਕੋਲ ਦੁਰਗੰਧੀ ਹੈ। ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ। ਤੇ ਜਿਹੜਾ ਨਾਮ ਜਪਦਾ ਹੈ ਮਹਾਰਾਜ ਕਹਿੰਦੇ ਚੋ ਸੁਗੰਧੀ ਆਉਣ ਲੱਗ ਪੈਂਦੀ ਹੈ। ਉਹ ਸੁਗੰਧੀ ਨੂੰ ਦੇਵਗੰਧ ਕਹਿੰਦੇ ਆ ਜਪਣ ਵਾਲੇ। ਸਰੀਰ ਹਲਕਾ ਫੁਲਕਾ ਹੋ ਜਾਂਦਾ ਹੈ, ਅੰਦਰ ਸ਼ੁੱਧ ਹੋ ਜਾਂਦਾ ਹੈ, ਤੇ ਜਿੱਥੇ ਉਹ ਬਹਿੰਦਾ ਉੱਥੇ ਸਮੈਲ ਵੱਖਰੀ ਤਰ੍ਹਾਂ ਦੀ ਆਉਣ ਲੱਗ ਪੈਂਦੀ ਹੈ। ਮੈਂ ਕਰਜ਼ ਕੀਤੀ, ਚਲੋ ਮੈਂ ਭਾਈ ਸਾਹਿਬ ਦਾ ਜ਼ਿਕਰ ਬੜਾ ਕਰਨਾ, ਭਾਈ ਵੀਰ ਸਿੰਘ ਦਾ, ਮੇਰੀ ਮੁਹੱਬਤ ਹੈ ਦਿਲੋਂ ਉਹਨਾਂ ਨਾਲ। ਆਪ ਨੂੰ ਪਤਾ ਹੋਵੇ ਅੰਮ੍ਰਿਤਸਰ ਸਿੰਘ ਸਾਹਿਬ ਸੁਣ ਰਹੇ ਹੋਣੇ ਨੇ, ਅੰਮ੍ਰਿਤਸਰ ਦੇ ਵਸਨੀਕ। ਪਿਆਰਿਓ 1901 ਤੋਂ ਲੈ ਕੇ ਆ 2020 ਹੋ ਚੱਲਾ, 119 ਸਾਲ ਹੋ ਚੁੱਕੇ ਆ। ਉਹਨਾਂ ਦੀ ਕੁਟੀਆ, ਉਹਨਾਂ ਦੇ ਘਰੋਂ ਫੁੱਲਾਂ ਦਾ ਗੁਲਦਸਤਾ ਆਉਂਦਾ ਦਰਬਾਰ ਸਾਹਿਬ ਅੰਮ੍ਰਿਤ ਵੇਲੇ। 56-57 ਸਾਲ ਤਾਂ ਖੁਦ ਲੈ ਕੇ ਆਉਂਦੇ ਰਹੇ ਬੱਗੀ ਤੇ। ਉਦੋਂ ਬਾਅਦ ਗੁਰਮੁਖ ਵੱਖ-ਵੱਖ ਲਿਆਉਂਦੇ ਰਹੇ। ਪਤਾ ਕਿਉਂ? ਉਹਨਾਂ ਦੇ ਸਰੀਰ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ ਸੀ। ਉਸ ਦਿਨ ਤੋਂ ਬਾਅਦ ਉਸ ਕਾਇਨਾਤ, ਉਹ ਰੱਬ ਦੀ ਦਿੱਤੀ ਹੋਈ ਅਗੰਮੀ ਸੁਗੰਧੀ ਤੇ ਫੁੱਲ ਲੈ ਕੇ ਮਾਲਕ ਦੇ ਦਰ ਤੇ ਸ਼ੁਕਰ ਵਜੋਂ ਜਾਂਦੇ ਸਨ। ਮੈਂ ਬੇਨਤੀ ਕਰਾਂ, ਇਕੱਲੇ ਨਹੀਂ, ਅਨੇਕਾਂ ਐਸੀਆਂ ਰੂਹਾਂ ਨੇ ਜਿਨ੍ਹਾਂ ਵਿੱਚ ਨਾਮ ਦੀ ਸੁਗੰਧੀ ਦਾ ਨਾਪਾ ਖੁੱਲ੍ਹਦਾ ਹੈ। ਮਿਰਗ ਤਾਂ ਸਾਰੇ ਨੇ, ਕਈਆਂ ਕਹਿਣਾ ਝੂਠ ਜੀ, ਉਹ ਮਿਰਗਾਂ ਦੀਆਂ ਡਾਰਾਂ ਨੇ, ਪਰ ਚੇਤੇ ਰੱਖੋ ਇਹਨਾਂ ਡਾਰਾਂ ਵਿੱਚ ਕਸਤੂਰਿਆ ਮਿਰਗ ਵੀ ਏ, ਜਿਹਦਾ ਨਾਪਾ ਖੁੱਲ੍ਹਦਾ ਤੇ ਬਸ ਪੁੱਛੋ ਕੁਝ ਨਾ, ਸੁਗੰਧੀ ਨਾਲ ਭਰਪੂਰ ਹੋ ਜਾਂਦਾ ਹੈ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ੍ਹ ਨੂੰ